Okay, this is our chapter number 4th, chemical bonding and molecular structure. Okay, up to third chapter we have finished. Our next topic is chemical bonding and molecular structure. Chemical bonding and molecular structure means कि ਆਪਾਂ ਇਸ ਚੈਪਟਰ ਦੇ ਵਿੱਚ chemical bonds ਪੜ੍ਹੇ ਹੁਣ ਤੱਕ ਆਪਾਂ elements ਪੜ੍ਹ ਚੁੱਕੇ ਹਾਂ, ਉਹਨਾਂ ਦੀ ਕਲਾਸੀਫਿਕੇਸ਼ਨ ਪੜ੍ਹ ਚੁੱਕੇ ਹਾਂ, ਉਹਨਾਂ ਦੀਆਂ ਮੇਨ ਪ੍ਰੋਪਰਟੀਜ਼ ਬਾਰੇ ਪੜ੍ਹ ਚੁੱਕੇ ਹਾਂ, ਹੈ ਨਾ, ਲਾਈਕ ਆਇਨਾਈਜੇਸ਼ਨ, ਐਂਥੈਲਪੀ, ਇਲੈਕਟ੍ਰੋਨੈਗੇਟਿਵਿਟੀ ਐਂਡ ਆਲ ਐਂਡ ਦੇਅਰ ਅਰੇਂਜਮੈਂਟ। ਐਲੀਮੈਂਟਸ ਦਾ ਆਲ ਸਾਰਾ ਆਲਮੋਸਟ ਹੋ ਚੁੱਕਿਆ ਜਨਰਲ ਇੰਟਰੋਡਕਸ਼ਨ। ਨਾਓ ਕਿ ਹੁਣ ਆਪਾਂ ਉਹਨਾਂ ਨੂੰ ਦੇਖਣਾ ਕਿ ਉਹ ਇੱਕ ਦੂਜੇ ਨਾਲ ਕੰਬਾਈਨ ਕਿਵੇਂ ਕਰਦੇ ਆ, ਬੌਂਡਿੰਗ ਕਿਵੇਂ ਕਰਦੇ ਆ, ਕਿਉਂ ਕਰਦੇ ਆ। ਈਚ ਐਂਡ ਐਵਰੀਥਿੰਗ ਵੀ ਵਿਲ ਡਿਸਕਸ ਇਨ ਦਿਸ ਚੈਪਟਰ, ਐਜ਼ ਦਿਸ ਚੈਪਟਰ ਇਜ਼ ਹੈਵਿੰਗ 2 ਪਾਰਟਸ ਨਾ, chemical bonding and molecular structure। chemical bonding means ਕਿ chemicals ਜਿਹੜੇ ਆਪਣੇ ਕੋਲ ਐਟਮਸ ਨੇ, ਮੋਲੀਕਿਊਲਸ ਨੇ, ਆਇਨਸ ਨੇ, ਉਹ ਬੌਂਡਿੰਗ ਕਿਵੇਂ ਕਰਦੇ ਨੇ, ਐਂਡ ਦੇਅਰ ਸਟਰਕਚਰਸ। ਠੀਕ ਹੈ, 2 ਪਾਰਟ ਹੋਣਗੇ, ਇੱਕ ਉਹਨਾਂ ਦੀ ਸਟਰਕਚਰ ਡਿਸਕਸ ਕਰਾਂਗੇ, ਇੱਕ ਉਹਨਾਂ ਦੀ ਬੌਂਡਿੰਗ ਦੇ ਵੇਜ਼ ਡਿਸਕਸ ਕਰਾਂਗੇ। ਸੋ ਲੈਟਸ ਬਿਗਨ ਵਿਦ ਕੈਮੀਕਲ ਬੌਂਡਿੰਗ। ਪਹਿਲੀ ਗੱਲ ਤਾਂ ਆਪਾਂ ਸਟਾਰਟ ਹੀ ਬੌਂਡਿੰਗ ਤੋਂ ਹੀ ਕਰਦੇ ਹਾਂ। ਕੈਮੀਕਲ ਬੌਂਡ, ਠੀਕ ਹੈ, ਡੈਫੀਨੇਸ਼ਨ ਕਿ ਇਟ ਇਜ਼ ਦਾ ਫੋਰਸ ਆਫ ਅਟਰੈਕਸ਼ਨ। ਕੈਮੀਕਲ ਬੌਂਡ ਕੀ ਹੈ? ਇਟ ਇਜ਼ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਐਟਮਸ। ਐਟਮਸ ਦੇ ਵਿਚਕਾਰ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਕੈਮੀਕਲ ਬੌਂਡਿੰਗ ਕਹਿੰਦੇ ਹਾਂ। ਠੀਕ ਹੈ, ਜਾਂ ਕੈਮੀਕਲ ਬੌਂਡ ਕਹਿੰਦੇ ਹਾਂ ਉਸ ਚੀਜ਼ ਨੂੰ ਜਿਹੜੀ ਕੋਈ ਦੋ ਚੀਜ਼ਾਂ ਨੂੰ ਜਾਂ ਦੋ ਐਟਮਸ ਨੂੰ ਬੰਨ੍ਹ ਕੇ ਰੱਖਦੀ ਹੈ, ਜਿਹੜੀ ਫੋਰਸ ਆਫ ਅਟਰੈਕਸ਼ਨ ਬਾਈਂਡ ਕਰਕੇ ਰੱਖਦੀ ਹੈਗੀ ਆ, ਉਸ ਚੀਜ਼ ਨੂੰ ਆਪਾਂ ਕੈਮੀਕਲ ਬੌਂਡ ਕਹਿੰਦੇ ਹਾਂ। ਓਕੇ, ਦੈਨ why do atoms form chemical bonds? Next question is arising in our mind ਕਿ ਐਟਮਸ ਹੈਗੇ ਆ, ਐਟਮਸ ਪਏ ਰਹਿਣ ਆਪਦੇ ਪੀਰੀਓਡਿਕ ਟੇਬਲ ਦੇ ਵਿੱਚ, ਜਿਵੇਂ ਜਿਵੇਂ ਉਹਨਾਂ ਦੀ ਜਿੱਥੇ ਜਿੱਥੇ ਜਗ੍ਹਾ ਹੈਗੀ ਆ ਪਏ ਰਹਿਣ, ਉਹਨਾਂ ਨੂੰ ਇੱਕ ਦੂਜੇ ਦੇ ਘਰੇ ਜਾਣ ਦੀ ਕੀ ਜ਼ਰੂਰਤ ਹੈ? ਕਹਿ ਜਾ ਮੇਰੇ ਨਾਲ ਕੰਬਾਈਨ ਹੋ ਜਾ, ਜਾਂ ਮੇਰੇ ਨਾਲ ਕੰਬਾਈਨ ਹੋ ਜਾ। ਠੀਕ ਹੈ, ਤਾਂ ਉਹ ਕਿਉਂ ਜਾਂਦੇ ਨੇ? ਵਾਈ ਦੇ ਆਰ ਗੈਟਿੰਗ ਕੰਬਾਈਨਡ ਵਿਦ ਈਚ ਅਦਰ? ਬਿਕੋਜ਼ ਟੂ ਗੈਟ ਸਟੇਬਿਲਿਟੀ। ਉਹਨਾਂ ਨੇ ਸਟੇਬਲ ਹੋਣਾ। ਕਈ ਐਲੀਮੈਂਟ ਇੱਦਾਂ ਦੇ ਹੈਗੇ ਆ, ਕਈ ਐਟਮਸ ਇੱਦਾਂ ਦੇ ਹੈਗੇ ਆ ਜਿਹੜੇ ਸਟੇਬਲ ਨਹੀਂ ਹੈਗੇ ਆਪਦੀ ਆਈਸੋਲੇਟਡ ਫਾਰਮ ਦੇ ਵਿੱਚ। ਜਦੋਂ ਉਹ ਸਟੇਬਲ ਨਹੀਂ ਹੈਗੇ, ਠੀਕ ਹੈ, ਆਲਮੋਸਟ ਸਾਰੇ ਸਟੇਬਲ ਨਹੀਂ ਹੈਗੇ ਆਪਦੀ ਆਈਸੋਲੇਟਡ ਫਾਰਮ ਦੇ ਵਿੱਚ, ਕੁਛ ਕੁ ਨੇ ਜਿਹੜੇ ਸਟੇਬਲ ਨੇ, ਹੈ ਨਾ, ਤਾਂ ਉਹ ਸਟੇਬਿਲਿਟੀ ਗੇਨ ਕਰਨ ਦੇ ਲਈ ਕੀ ਕਰਦੇ ਆ? ਕੰਬਾਈਨ ਕਰਦੇ ਆ। ਉਹ ਆਪਦੇ ਐਟਮਸ ਨਾਲ ਵੀ ਕੰਬਾਈਨ ਕਰ ਸਕਦੇ ਆ, ਉਹ ਦੂਸਰਿਆਂ ਨਾਲ ਵੀ ਕੰਬਾਈਨ ਕਰ ਸਕਦੇ ਆ। ਠੀਕ ਹੈ, ਕਿ ਇੱਕ ਐਟਮ ਆ ਉਹਦੇ ਆਪਦੇ ਐਟਮਸ, ਜਿਵੇਂ ਹਾਈਡਰੋਜਨ ਐਟਮ ਨਾਲ ਕੰਬਾਈਨ ਹੋ ਜਾਂਦਾ, ਕਲੋਰੀਨ ਨਾਲ ਕੰਬਾਈਨ ਹੋ ਜਾਂਦਾ, ਜਾਂ ਉਹ ਦੂਸਰਿਆਂ ਨਾਲ ਕੰਬਾਈਨ ਹੋ ਜਾਂਦੇ ਆ। ਠੀਕ ਹੈ, ਕਿਉਂ ਹੁੰਦੇ ਆ? ਕਿਉਂਕਿ ਉਹਨਾਂ ਨੇ ਸਟੇਬਿਲਿਟੀ ਗੇਨ ਕਰਨੀ ਹੈ। ਠੀਕ ਹੈ, ਕੀ ਗੇਨ ਕਰਨੀ ਹੈ? ਉਹਨਾਂ ਦਾ ਮੇਨ ਮੋਟਿਵ ਕੀ ਹੈ? ਸਟੇਬਿਲਿਟੀ। ਬਿਕੋਜ਼ ਇਨ ਯੂਨੀਵਰਸ ਐਵਰੀਥਿੰਗ, ਈਚ ਐਂਡ ਐਵਰੀਥਿੰਗ ਵਾਂਟਸ ਟੂ ਗੈਟ ਸਟੇਬਲਾਈਜ਼ਡ। ਆਪਾਂ ਪੜ੍ਹ ਰਹੇ ਹਾਂ, ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ। ਵਾਈ? ਬਿਕੋਜ਼ ਵੀ ਵਾਂਟ ਟੂ ਗੈਟ ਸਟੇਬਲਾਈਜ਼ਡ ਇਨ ਆਰ ਲਾਈਵਸ। ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੱਲ੍ਹ ਨੂੰ ਕੋਈ ਵਧੀਆ ਜੋਬ ਮਿਲ ਜਾਵੇ, ਤੁਸੀਂ ਸਟੇਬਲ ਹੋ ਜਾਓ ਆਪਦੀ ਲਾਈਫ ਦੇ ਵਿੱਚ, ਫੋਰਨ ਚੱਲ ਜਾਓ, ਵਟ ਐਵਰ ਯੂਅਰ ਡਰੀਮ ਇਜ਼, ਹੈ ਨਾ। ਤਾਂ ਹਰੇਕ ਬੰਦਾ ਜਾਂ ਹਰੇਕ ਚੀਜ਼ ਯੂਨੀਵਰਸ ਦੇ ਵਿੱਚ ਜਿਹੜੀ ਹੈਗੀ ਆ ਉਹ ਸਟੇਬਲ ਹੋਣਾ ਚਾਹੁੰਦੀ ਹੈ। ਕਿਸੇ ਤੁਸੀਂ ਨੋਨ ਲਿਵਿੰਗ ਚੀਜ਼ ਨੂੰ ਵੀ ਲੈ ਲਓ, ਉਹ ਵੀ ਇਹ ਨਹੀਂ ਹੈਗਾ ਵੀ ਹਵਾ 'ਚ ਤੁਰੀ ਫਿਰਨਾ ਚਾਹੁੰਦੀ ਆ, ਉਹਦਾ ਵੀ ਆਪਣਾ ਮਤਲਬ ਲਾਈਕ ਇਮੋਸ਼ਨਸ ਤਾਂ ਨਹੀਂ ਹੁੰਦੇ ਖੈਰ, ਬਟ ਵੀ ਵਾਂਟ ਦੈਮ ਟੂ ਗੈਟ ਸਟੇਬਲਾਈਜ਼ਡ। ਘਰੇ ਚੀਜ਼ਾਂ ਦੇਖ ਲਓ, ਕੋਈ ਸੋਫੇ ਆ, ਆਪੇ ਤਾਂ ਨਹੀਂ ਕਹਿੰਦੇ ਕਿ ਇੱਧਰ ਉੱਧਰ ਤੁਰੇ ਫਿਰਨ, ਇੱਕ ਜਗ੍ਹਾ 'ਤੇ ਸਟੇਬਲ ਰਹਿਣ। ਤਾਂ ਐਵਰੀਥਿੰਗ ਇਜ਼ ਬੈਟਰ ਵੈਨ ਇਟ ਇਜ਼ ਸਟੇਬਲ। ਅਤੇ ਦੈਨ ਵਾਈ, ਹਾਊ ਦੇ ਗੈਟਿੰਗ ਸਟੇਬਲਾਈਜ਼ਡ? ਹੁਣ ਉਹ 2 ਤਰੀਕੇ ਨੇ, ਉਹਨਾਂ ਨੇ ਐਟਮਸ ਨੇ ਸਟੇਬਲ ਕਿਵੇਂ ਹੋਣਾ? ਬਾਈ ਐਕਵਾਇਰਿੰਗ ਨੋਬਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਨੋਬਲ ਗੈਸ ਵਾਲੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆ ਜੇ। ਕਿਉਂ? ਕਿਉਂਕਿ ਨੋਬਲ ਗੈਸ ਦੇ ਵਿੱਚ 8 ਇਲੈਕਟ੍ਰੋਨ ਪੂਰੇ ਹੁੰਦੇ ਆ ਅਤੇ ਉਹ ਹੋਰ ਕਿਸੇ ਨਾਲ ਕੰਬਾਈਨ ਨਹੀਂ ਹੁੰਦੇ ਉਸ ਤੋਂ ਬਾਅਦ। ਠੀਕ ਹੈ, ਤਾਂ ਨੋਬਲ ਗੈਸ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆ ਗਈ ਤਾਂ ਉਹ ਵੀ ਨਹੀਂ ਕੰਬਾਈਨ ਹੋਣਗੇ, ਕਿਉਂਕਿ ਨੋਬਲ ਗੈਸ ਵਾਲੀਆਂ ਪ੍ਰੋਪਰਟੀ ਫਿਰ ਉਹਨਾਂ ਵਿੱਚ ਆ ਜਾਏਗੀ। ਦੂਸਰਾ ਤਰੀਕਾ ਹੈਗਾ ਕਿ ਉਹ ਆਪਦੀ ਐਨਰਜੀ ਘਟਾ ਲੈਣ। ਐਟਮਸ ਕੀ ਕਰਨ? ਆਪਦੀ ਐਨਰਜੀ ਨੂੰ ਲੋਅਰ ਡਾਊਨ ਕਰ ਲੈਣ। ਤਾਂ 2 ਤਰੀਕਿਆਂ ਦੇ ਨਾਲ ਉਹ ਜਿਹੜੀ ਹੈਗੀ ਸਟੇਬਿਲਿਟੀ ਗੇਨ ਕਰ ਸਕਦੇ ਆ। ਹੁਣ ਨੋਬਲ ਗੈਸ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਗੇਨ ਕਰਨੀ ਹੈ, ਐਂਡ ਵੀ ਆਲ ਆਰ ਨੋਇੰਗ ਕਿ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਇਲੈਕਟ੍ਰੋਨਸ ਦੇ ਨਾਲ ਰਿਲੇਟਡ ਹੈ। ਇਲੈਕਟ੍ਰੋਨਿਕ ਕੌਨਫੀਗਰੇਸ਼ਨ ਇਲੈਕਟ੍ਰੋਨਸ ਦੀ ਹੀ ਡਿਸਟਰੀਬਿਊਸ਼ਨ ਹੈ। ਦੈਟ ਮੀਨਸ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਇਲੈਕਟ੍ਰੋਨਸ ਦੇ ਨਾਲ ਰਿਲੇਟਡ ਹੈ। ਦੈਟ ਮੀਨਸ ਜੇ ਉਹਨਾਂ ਨੇ ਨੋਬਲ ਗੈਸ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਗੇਨ ਕਰਨੀ ਆ, ਤਾਂ ਉਹਦੇ ਲਈ ਉਹਨਾਂ ਨੇ ਕੀ ਕਰਨਾ ਹੈਗਾ ਕਿ ਉਹਨਾਂ ਦੇ ਜਿਹੜੇ ਇਲੈਕਟ੍ਰੋਨਸ ਹੈ ਉਹ ਕੀ ਕਰਨਗੇ? ਉਹ ਜਾਂ ਤਾਂ ਲੂਜ਼ ਕਰ ਦੇਣਗੇ,
ਜਾਂ ਗੇਨ ਕਰ ਦੇਣਗੇ ਜਾਂ ਸ਼ੇਅਰ ਕਰ ਲੈਣਗੇ। ਇਲੈਕਟ੍ਰੋਨਸ ਇਨਵੋਲਵ ਹੋਣਗੇ ਜਿਨ੍ਹਾਂ ਨੂੰ ਨੋਬਲ ਗੈਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਹੈਗੀ ਆ ਅਟੇਨ ਕਰਨੀ ਆ। ਤਾਂ ਉਹ 3 ਤਰੀਕੇ ਨੇ ਕਿ ਉਹ ਇਲੈਕਟ੍ਰੋਨ ਲੂਜ਼ ਕਰ ਸਕਦੇ ਆ, ਗੇਨ ਕਰ ਸਕਦੇ ਆ ਜਾਂ ਸ਼ੇਅਰ ਕਰ ਸਕਦੇ ਆ। ਠੀਕ ਹੈ, ਜਾਂ ਤਾਂ ਉਹਦੇ ਇਲੈਕਟ੍ਰੋਨ ਪ੍ਰੋਪਰਲੀ ਕਿਸੇ ਐਟਮ ਨੂੰ ਦੂਸਰੇ ਨੂੰ ਦੇ ਦੇਣ, ਜਾਂ ਉਹਦੇ ਤੋਂ ਐਟਮ ਤੋਂ ਦੂਸਰੇ ਤੋਂ ਆਪਦਾ ਇਲੈਕਟ੍ਰੋਨ ਲੈ ਲੈਣ, ਜਾਂ ਆਪਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਇੱਕ ਇਲੈਕਟ੍ਰੋਨ ਸ਼ੇਅਰ ਕਰ ਲੈਣ। ਠੀਕ ਹੈ, ਕਿਵੇਂ ਵੀ ਕਰ ਲੈਣ ਸੋ ਦੈਟ ਦੇ ਕੈਨ ਅਟੇਨ ਨੋਬਲ ਗੈਸ ਇਲੈਕਟ੍ਰੋਨਿਕ ਕਨਫੀਗਰੇਸ਼ਨ। ਠੀਕ ਹੈ, ਹੁਣ ਐਨਰਜੀ ਮਿਨੀਮਮ ਕਿਵੇਂ ਹੋਊਗੀ ਕਿ ਆਈਸੋਲੇਟਡ ਐਟਮ ਸਟੇਬਲ ਘੱਟ ਹੁੰਦੇ ਆ ਤਾਂ ਹੀ ਉਹ ਕੰਬਾਈਨ ਹੁੰਦੇ ਆ। ਜੇ ਉਹ ਆਈਸੋਲੇਟਡ ਐਟਮਸ ਘੱਟ ਸਟੇਬਲ ਹੁੰਦੇ ਆ ਦੈਟ ਮੀਨਸ ਉਹਨਾਂ ਦੀ ਐਨਰਜੀ ਕੀ ਹੁੰਦੀ ਆ, ਹਾਈ ਹੁੰਦੀ ਹੈ। ਠੀਕ ਹੈ, ਐਨਰਜੀ ਕੀ ਹੁੰਦੀ ਹੈ ਉਹਨਾਂ ਦੀ, ਹਾਈ ਹੁੰਦੀ ਹੈ। ਕਿਉਂ ਹਾਈ ਹੁੰਦੀ ਹੈ? ਬਿਕੋਜ਼ ਉਹ ਸਟੇਬਲ ਨਹੀਂ ਹੈਗੇ, ਹੈ ਨਾ। ਜਿਹੜੀ ਚੀਜ਼ ਸਟੇਬਲ ਨਹੀਂ ਹੋਊਗੀ ਉਹਦੀ ਐਨਰਜੀ ਜ਼ਿਆਦਾ ਹੋਊਗੀ। ਠੀਕ ਹੈ, ਫੋਰ ਐਗਜ਼ਾਮਪਲ ਬਹੁਤ ਸਿੰਪਲ ਐਗਜ਼ਾਮਪਲ ਔਰ ਜਨਰਲੀ ਮੈਂ ਇਹੀ ਕੋਟ ਕਰਦੀ ਹਾਂ ਕਿ ਦੇਖੋ ਜੇ ਤੁਸੀਂ ਖਾਣਾ ਖਾਧਾ ਤਾਂ ਤੁਸੀਂ ਇੱਧਰ ਉੱਧਰ ਤੁਰੇ ਫਿਰੋਗੇ, ਤੁਸੀਂ ਇੱਕ ਜਗ੍ਹਾ ਟਿਕ ਕੇ ਨਹੀਂ ਬੈਠੋਗੇ, ਤੁਹਾਡੇ 'ਚ ਐਨਰਜੀ ਹੈਗੀ ਹੈ। ਜਦੋਂ ਐਨਰਜੀ ਕਈ ਵਾਰੀ ਨਹੀਂ ਹੁੰਦੀ, ਫਾਸਟ ਹੁੰਦਾ ਜਾਂ ਸਮਥਿੰਗ ਕੁਛ ਵੀ ਹੈ, ਤੁਸੀਂ ਖਾਣਾ ਨਹੀਂ ਖਾਧਾ, ਤੁਸੀਂ ਕਹੋਗੇ ਮੇਰਾ ਨਹੀਂ ਮਨ, ਮੈਂ ਤਾਂ ਇੱਥੇ ਹੀ ਬੈਠਾ ਰਹਾਂ, ਥਕਾਵਟ ਫੀਲ ਕਰਦੇ ਹੋ, ਹੈ ਨਾ। ਤਾਂ ਉਹ ਕੀ ਹੋਗੀ, ਸਟੇਬਿਲਿਟੀ ਹੋ ਗਈ, ਤੁਸੀਂ ਇੱਕ ਜਗ੍ਹਾ 'ਤੇ ਸਟੇਬਲ ਬੈਠੇ ਹੋ ਕਿਉਂਕਿ ਤੁਹਾਡੀ ਐਨਰਜੀ ਘੱਟ ਹੈ। ਤਾਂ ਕਿਸੇ ਵੀ ਚੀਜ਼ ਦੀ ਜਦੋਂ ਐਨਰਜੀ ਘੱਟ ਹੁੰਦੀ ਹੈ ਦੈਟ ਮੀਨਸ ਉਹਦੀ ਸਟੇਬਿਲਿਟੀ ਜ਼ਿਆਦਾ ਹੁੰਦੀ ਹੈ। ਤਾਂ ਹਾਈ ਐਨਰਜੀ ਹੈ ਤਾਂ ਉਹ ਇਸ ਹਾਈ ਐਨਰਜੀ ਨੂੰ ਉਹਨਾਂ ਨੇ ਲੋ ਕਰਨਾ ਹੈ। ਲੋ ਕਿਵੇਂ ਕਰਨਗੇ? ਬਾਈ ਕੰਬਾਈਨਿੰਗ ਵਿਦ ਅਦਰ ਐਟਮਸ। ਉਹ ਦੂਸਰੇ ਐਟਮਸ ਦੇ ਨਾਲ ਕੰਬਾਈਨ ਕਰਕੇ ਜਿਹੜੀ ਹੈਗੀ ਹੈ ਉਹ ਆਪਦੀ ਐਨਰਜੀ ਨੂੰ ਲੋ ਕਰ ਲੈਣਗੇ। ਫੋਰ ਐਗਜ਼ਾਮਪਲ ਆਪਣੇ ਕੋਲ A ਅਤੇ B ਕੋਈ 2 ਐਟਮਸ ਨੇ, A ਅਤੇ B, ਇਹ ਦੋਨੋਂ ਆਈਸੋਲੇਟਡ ਨੇ। ਇਹ ਆਈਸੋਲੇਟਡ ਐਟਮਸ ਨੇ। ਜਦੋਂ ਇਹ ਆਈਸੋਲੇਟਡ ਐਟਮਸ ਨੇ ਤਾਂ ਇਹਨਾਂ ਦੀ ਐਨਰਜੀ ਕੀ ਹੈ? ਹਾਈ। ਐਨਰਜੀ ਕੀ ਹੈ? ਹਾਈ ਹੈ, ਅਲੱਗ-ਅਲੱਗ ਨੇ। ਜਦੋਂ ਇਹਨਾਂ ਨੇ ਬੌਂਡ ਬਣਾ ਲਿਆ ਅਤੇ ਜਦੋਂ ਬੌਂਡ ਬਣਦਾ ਤਾਂ ਐਨਰਜੀ ਰਿਲੀਜ਼ ਹੁੰਦੀ ਹੈ। ਬੌਂਡ ਬਣਦਾ ਤਾਂ ਐਨਰਜੀ ਕੀ ਹੁੰਦੀ ਹੈ? ਰਿਲੀਜ਼ ਹੁੰਦੀ ਹੈ। ਐਨਰਜੀ ਰਿਲੀਜ਼ ਹੋਈ ਜਦੋਂ ਤਾਂ ਪਹਿਲਾਂ ਨਾਲੋਂ ਐਨਰਜੀ ਰਿਲੀਜ਼ ਹੋ ਗਈ ਤਾਂ ਘੱਟ ਗਈ, ਐਨਰਜੀ ਘੱਟ ਗਈ ਦੈਟ ਮੀਨਸ ਸਟੇਬਿਲਿਟੀ ਵੱਧ ਗਈ ਜਦੋਂ ਕੰਬਾਈਨ ਸਟੇਟ 'ਚ ਆ ਗਏ। ਠੀਕ ਹੈ, ਤਾਂ ਬੌਂਡ ਬਣਨ ਨਾਲ ਐਨਰਜੀ ਰਿਲੀਜ਼ ਹੋ ਗਈ, ਐਨਰਜੀ ਰਿਲੀਜ਼ ਹੋ ਗਈ ਤਾਂ ਉਹਨਾਂ ਦੀ ਪਹਿਲਾਂ ਨਾਲੋਂ ਐਨਰਜੀ ਘੱਟ ਗਈ, ਐਨਰਜੀ ਘੱਟ ਗਈ ਤਾਂ ਉਹ ਸਟੇਬਲ ਹੋ ਗਏ ਜਦੋਂ ਉਹ ਕੰਬਾਈਨਡ ਫੋਰਮ ਦੇ ਵਿੱਚ ਨੇ, ਤਾਂ ਕਰਕੇ ਉਹ ਬੌਂਡ ਬਣਾਉਂਦੇ ਆ। ਠੀਕ ਹੈ, ਤਾਂ ਉਸ ਤੋਂ ਬਾਅਦ ਹੁਣ ਆਪਣੇ ਕੋਲ ਇੱਕ ਡੈਫੀਨੇਸ਼ਨ ਹੈਗੀ ਹੈ ਔਕਟੇਟ ਰੂਲ ਵਾਲੀ ਕਿ ਔਕਟੇਟ ਰੂਲ ਕੀ ਹੈ? ਔਕਟੇਟ ਮੀਨਸ ਕੀ ਹੁੰਦਾ? 8 ਕਿ ਪ੍ਰਿੰਸੀਪਲ ਆਫ ਅਟੇਨਿੰਗ ਮੈਕਸੀਮਮ 8 ਇਲੈਕਟ੍ਰੋਨਸ ਇਨ ਦਾ ਵੈਲੈਂਸ ਸ਼ੈਲ ਇਜ਼ ਕਾਲਡ ਔਕਟੇਟ ਰੂਲ। ਕਿ ਔਕਟੇਟ ਰੂਲ ਸਟੇਬਿਲਿਟੀ ਦੇ ਨਾਲ ਰਿਲੇਟਡ ਹੈ। ਜਿਵੇਂ ਆਪਾਂ ਕਿਹਾ ਕਿ ਨੋਬਲ ਗੈਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਤਾਂ ਨੋਬਲ ਗੈਸ ਦੇ ਲਾਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਹੁੰਦੇ ਆ। ਇਸ ਚੀਜ਼ ਨੂੰ ਉਹਨਾਂ ਨੇ ਇਹਦੇ 'ਚ ਸਮ ਅਪ ਕਰਤਾ ਔਕਟੇਟ ਰੂਲ ਦੇ ਵਿੱਚ, ਇਸ ਪੁਆਇੰਟ ਨੂੰ, ਨੋਬਲ ਗੈਸ ਵਾਲੇ ਨੂੰ, ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ। ਠੀਕ ਹੈ, ਤਾਂ ਉਹ ਕਹਿੰਦੇ ਵੀ ਔਕਟੇਟ ਰੂਲ ਕੀ ਹੈ ਕਿ ਆਪਣੇ ਕੋਲ 8 ਇਲੈਕਟ੍ਰੋਨ ਹੋਣੇ ਚਾਹੀਦੇ ਆ ਕਿ ਸਟੇਬਲ ਹੋ ਜੇ ਉਹ, ਕਿ ਜਿਹੜੀ ਚੀਜ਼ ਸਟੇਬਲ ਹੋਊਗੀ ਉਹਦੇ ਵੈਲੈਂਸ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਹੋਣਗੇ। ਠੀਕ ਹੈ, ਦਿਸ ਇਜ਼ ਔਕਟੇਟ ਰੂਲ। ਕਲੀਅਰ। ਨੈਕਸਟ ਟੋਪਿਕ ਆਪਣੇ ਕੋਲ ਲੂਇਸ ਸਿੰਬਲ ਔਰ ਇਲੈਕਟ੍ਰੋਨ ਡਾਟ ਸਿੰਬਲ। ਲੂਇਸ ਸਿੰਬਲ ਕੀ ਸੀਗਾ ਕਿ ਆਪਾਂ ਐਟਮ ਰਾਈਟ ਦਾ ਸਿੰਬਲ ਆਫ ਦਾ ਐਟਮ, ਇਹਨੂੰ ਲਿਖਣ ਵਾਸਤੇ ਆਪਣੇ ਕੋਲ ਕੀ ਕੁਛ ਕਰਨਾ ਜ਼ਰੂਰੀ ਆ। ਆਪਣਾ ਪਹਿਲਾ ਸਟੈਪ ਹੈ ਕਿ ਆਪਾਂ ਉਸ ਐਟਮ ਦਾ ਜਿਹਦਾ ਤੁਸੀਂ ਲੂਇਸ ਡਾਟ ਸਟਰਕਚਰ ਡਰੋ ਕਰਨੀ ਆ, ਇਲੈਕਟ੍ਰੋਨ ਡਾਟ ਸਟਰਕਚਰ ਲਿਖਣੀ ਆ, ਉਹਦਾ ਪਹਿਲਾਂ ਸਿੰਬਲ ਲਿਖ ਲਓ। ਫਿਰ ਜਿੰਨੇ ਉਹਦੇ ਵੈਲੈਂਸ ਸ਼ੈਲ ਦੇ ਵਿੱਚ ਇਲੈਕਟ੍ਰੋਨ ਨੇ ਉਸ ਤੋਂ ਬਾਅਦ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਲਓ। ਠੀਕ ਹੈ, ਐਟਮ ਦਾ ਸਿੰਬਲ ਲਿਖ ਲਿਆ ਪਹਿਲਾਂ, ਫਿਰ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਲਈ, ਫਿਰ ਸਿੰਬਲ ਦੇ ਅਰਾਊਂਡ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨਸ ਜਿਹੜੇ ਹੈਗੇ ਆ ਉਹ ਡਰੋ ਕਰਤੇ ਵਿਦ ਦਾ ਹੈਲਪ ਆਫ ਡਾਟਸ ਔਰ ਕ੍ਰੋਸ। ਐਗਜ਼ਾਮਪਲ ਜਿਵੇਂ ਆਪਣੇ ਕੋਲ ਆਪਾਂ ਸੋਡੀਅਮ ਦਾ ਡਰੋ ਕਰਨਾ ਹੈ, ਸੋਡੀਅਮ ਦਾ ਆਪਾਂ ਪਹਿਲਾਂ ਕੀ ਲਿਖਿਆ? ਸਿੰਬਲ। ਸਿੰਬਲ ਕੀ ਹੈ? Na। ਫਿਰ ਉਹਦੀ ਕੀ ਲਿਖੀ? ਇਲੈਕਟ੍ਰੋਨਿਕ ਕਨਫੀਗਰੇਸ਼ਨ। ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਉਂ ਲਿਖਦੇ ਆਪਾਂ? ਟੂ ਨੋ ਅਬਾਊਟ ਦਾ ਵੈਲੈਂਸ ਸ਼ੈਲ ਇਲੈਕਟ੍ਰੋਨਸ, ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ। 1s2 2s2 2p6 3s1 ਇਹ ਹੋ ਗਿਆ। ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਨੇ? 1 3s ਜਿਹੜੀ ਪਾਵਰ ਹੁੰਦੀ ਆ ਉਹ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਆ। ਤਾਂ ਆਪਾਂ ਇੱਕ ਡਾਟ ਲਾਤਾ ਜਾਂ ਇੱਕ ਕ੍ਰੋਸ ਲਾਤਾ, ਤੁਸੀਂ ਕਿਤੇ ਵੀ, ਮੈਂ ਜਨਰਲੀ ਜ਼ਿਆਦਾ ਡਾਟਸ ਨਾਲ ਰਿਪਰਜੈਂਟ ਕਰਦੀ ਹਾਂ, ਅਗਰ ਤੁਸੀਂ ਕ੍ਰੋਸ ਨਾ ਕਰਨਾ ਚਾਹੁੰਦੇ ਹੋ ਤਾਂ ਕ੍ਰੋਸ ਨਾ ਕਰਦੇ ਹੋ। ਔਰ ਡਾਟ ਸਿੰਬਲ ਦੇ ਆਸੇ ਪਾਸੇ ਕਿਤੇ ਵੀ ਲੱਗ ਸਕਦੇ ਆ। ਠੀਕ ਹੈ, ਸਿੰਬਲ ਦੇ ਆਸੇ ਪਾਸੇ ਲੱਗਣੇ ਚਾਹੀਦੇ ਆ, ਉਹ ਕਿਤੇ ਵੀ ਲੱਗ ਸਕਦੇ ਆ। ਹੁਣ ਮੰਨ ਲਓ Na ਪੋਜ਼ੀਟਿਵ ਦਾ ਆ ਗਿਆ ਤਾਂ
पॉजिटिव मीनस लॉस ऑफ 1 इलैक्ट्रॉन, एक इलैक्ट्रॉन इन्हें लूज करता, आही लास्ट वाला लूज करूगा। जो इन्हें लास्ट वाला लूज करता तो वैलेंस शैल आ बन गया। इस वैलेंस शैल के कितने इलैक्ट्रॉन आ 2 + 6 8। तो इत्थे तुसीं एन इहदा सिंबल लिखना तो पॉजिटिव साइन लिखना नाल, ते वैलेंस शैल के इलैक्ट्रॉन्स लिखने आ किन्ने 1 2 3 4 5 6 7 8 8 डॉट्स लाए हुए हैं मैं, तुसीं क्रॉस भी ला सकते हो। तो इस तरीके नाल जिहड़े हैगे तुसीं लुईस सिंबल्स ड्रॉ करने आ। हुण आ गया उहदा इंपॉर्टेंस ऑफ लुईस सिंबल, ठीक है, और इलैक्ट्रॉन डॉट सिंबल कि इहदी इंपॉर्टेंस की है। इंपॉर्टेंस इहदी की है, देखो जे अपने कोले नाइट्रोजन का मैं सिंबल लिख के देता तुहानूं तो इत्थों तुहानूं की इन्फॉर्मेशन मिलती है, वही उहदी इंपॉर्टेंस होगी। तो इहदे विच हुण अपने कोले की हैगा कि एक की दसदा आपां नूं, हुण जो सिंबल लिखता इट टैल्स अबाउट द नंबर ऑफ वैलेंस शैल इलैक्ट्रॉन, कि उहदे लास्ट शैल दे विच किन्ने इलैक्ट्रॉन आ, क्योंकि आपां डॉट उन्ने ही लाउने आ जिन्ने वैलेंस शैल दे विच इलैक्ट्रॉन्स हुंदे आ। तो जे इत्थे 5 डॉट लगे आ मीनस इहदे विच वैलेंस शैल दे विच किन्ने इलैक्ट्रॉन ने 5 इलैक्ट्रॉन ने। ओके, दैन इट टैल्स अबाउट वैलेंसी। वैलेंसी हुंदी है कंबाइनिंग कैपेसिटी, नंबर ऑफ बॉन्ड्स। वैलेंसी मीनस नंबर ऑफ बॉन्ड्स, ठीक है, किन्ने बनाउंदा। वैलेंसी आ गई जदों आपां कार्बन तो पिछे तक, ठीक है, कार्बन तो 13th ग्रुप तक कह सकते हो तुसीं, फॉर फस्ट सैकेंड दैन 13, ठीक है, फस्ट सैकेंड दैन 13 ग्रुप तक जिहड़ा हैगा वैलेंसी इज इक्वल टू नंबर ऑफ वैलेंस शैल इलैक्ट्रॉन्स इन्हां तिन्नां ग्रुप दी। फिर आ गया अपने कोले कार्बन तो बाद, बिफोर द कार्बन लिख लो इत्थे, बिफोर द कार्बन जिहड़े हैगे कार्बन ग्रुप वाले तो पहलां जिहड़ी वैलेंसी और नंबर ऑफ वैलेंस शैल इलैक्ट्रॉन तक हुंदी है कि जिन्ने वैलेंस शैल च इलैक्ट्रॉन होणगे उन्नी उहदी वैलेंसी होगी। जिवें सोडियम आ, सोडियम पहले ग्रुप नूं बिलोंग करदा ते इहदे विच किन्ने अपने कोले इलैक्ट्रॉन वैलेंस शैल दे विच 1, दैट मीनस इहदी वैलेंसी भी किन्नी है 1 होगी, ठीक है। तो पहले दूजे ते 13वें ग्रुप की अपने कोले की है नंबर ऑफ वैलेंस शैल दे इक्वल हुंदी है वैलेंसी। उस तो बाद जिहड़ी हैगी है 14वें ग्रुप तो बाद 14th ग्रुप तो बाद जिहड़ी हैगी है वैलेंसी 8 माइनस नंबर ऑफ वैलेंस शैल इलैक्ट्रॉन हो जाती है कि 8 चों आपां नंबर ऑफ वैलेंस शैल इलैक्ट्रॉन माइनस करते, ठीक है। तो 14th ग्रुप की वैलेंसी हैगी है जिहड़ी ये जिहड़ा रूल हैगा 15th 16th 17th ग्रुप तक है। 18th की तो जिहड़ी वैलेंसी हुंदी है 0 ही हुंदी है क्योंकि नोबल गैसेस आ जांदियां है ना, तां करके ये तिन्नां लई आ रूल है। हुण बचिया 14th, इत्थे फस्ट सैकेंड ते 13 आ गए जिहड़े विच वाले है, ठीक है, 3rd तो लैके 12 तक है जिहड़े ग्रुप, वो ग्रुप जिहड़े हैगे आ 3rd to 12 ग्रुप देखो ये डी ब्लॉक च आउंदे आ, ये डी ब्लॉक च आउंदे आ ते इन्हां दी जिहड़ी हैगी है वैलेंसी इज वेरीएबल, वैलेंसी वेरीएबल है। वेरीएबल का मतलब की है कि जिवें इत्थे तां आपां दसदा कि सोडियम वाले ग्रुप की 1 होगी क्योंकि इन्हां दे वैलेंस सारे एलीमेंट्स की वैलेंसी 1 होगी, ठीक है, सारे ग्रुप की फिक्स है, दूसरे ग्रुप की 2 होगी। तो जिन्ने जिवें वैलेंस शैल च इलैक्ट्रॉन होंगे सारे ग्रुप की प्रॉपर्टी होगी। ਇਹਦੇ ਵਿੱਚ ਜਿਹੜੀ ਡੀ ਬਲੋਕ ਦੇ ਵਿੱਚ ਹੈਗੀ ਤੁਸੀਂ +2 ਚ ਡਿਟੇਲ ਚ ਸਟੱਡੀ ਕਰੋਗੇ ਕਿ ਉਹਦੀਆਂ ਜਿਹੜੀਆਂ ਵੈਲੈਂਸੀਜ਼ ਆ ਉਹ ਵੇਰੀਏਬਲ ਆ ਕਿ ਕੋਈ ਜਿਹੜਾ ਐਟਮ ਹੈ ਜਾਂ ਐਲੀਮੈਂਟ ਹੈ ਕਿਸੇ ਨਾਲੋਂ 2 ਬੌਂਡ ਬਣਾ ਰਿਹਾ, ਜਿਵੇਂ ਹੁਣ Fe ਹੈ, FeCl2 ਵੀ ਹੁੰਦਾ, FeCl3 ਵੀ ਹੁੰਦਾ ਕਿ ਇੱਥੇ ਆਇਰਨ ਦੇ ਕਲੋਰੀਨ ਨਾਲ 3 ਬੌਂਡ ਹੈ, ਇੱਥੇ 2 ਬੌਂਡ ਹੈ, ਠੀਕ ਹੈ। ਤਾਂ ਮਤਲਬ ਆਇਰਨ ਦੀ ਕੈਪੈਸਿਟੀ ਚੇਂਜ ਹੋ ਰਹੀ ਹੈ, ਕਿਤੇ ਉਹ 2 ਬੌਂਡ ਵੀ ਬਣਾ ਰਿਹਾ, ਕਿਤੇ 3 ਵੀ ਬਣਾ ਰਿਹਾ, ਤਾਂ ਕਰਕੇ ਇਹਨਾਂ ਦੀ ਵੈਲੈਂਸੀ ਵੇਰੀਏਬਲ ਹੁੰਦੀ ਹੈ, ਤਾਂ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਡਿਸਕਸ ਨਹੀਂ ਕਰਦੇ। 14th ਗਰੁੱਪ ਦੀ ਨੋਟ ਡਿਫਾਈਨਡ ਹੈ ਕਿ ਪੂਰਾ ਪਤਾ ਨਹੀਂ ਲੱਗ ਰਿਹਾ ਹਾਲੇ ਤੱਕ ਵੀ ਉਹ ਕਿਹੜੀ ਜਿਹੜੀ ਉਹਦੀ ਪਰਟੀਕੂਲਰ ਆਪਾਂ ਵੈਲੈਂਸੀ ਕਿੰਨੀ ਕਹਿਣੀ ਹੈਗੀ ਆ, ਠੀਕ ਹੈ। ਵੈਸੇ 4 ਹੀ ਹੁੰਦੀ ਆ, ਠੀਕ ਹੈ, ਜਿਵੇਂ ਕਾਰਬਨ ਆ ਮੈਕਸੀਮਮ 4 ਬੌਂਡ ਹੀ ਬਣਾਉਂਦਾ ਹੈਗਾ, ਠੀਕ ਹੈ, ਸਿਲੀਕਨ ਵੀ 4 ਬੌਂਡਸ ਹੀ ਬਣਾਉਂਦਾ ਹੈਗਾ, ਤਾਂ ਆਪਾਂ ਕਹਿ ਸਕਦੇ ਹਾਂ ਵੈਸੇ 4 ਹੈ ਬਟ ਫਿਰ ਵੀ ਐਜ਼ ਸੱਚ ਡਿਫਾਈਨਡ ਨਹੀਂ ਹੈਗੀ, 4 ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤਾਂ ਵੈਲੈਂਸੀ ਇਹ ਆ ਗਈ।
उस तो बाद अपना टॉपिक शुरू हुंदा आयनिक बॉन्ड और इलैक्ट्रोवैलेंट बॉन्ड। बॉन्ड आपां नूं पता ही है फोर्स ऑफ अट्रैक्शन है। तो आयनिक बॉन्ड की होगा, इट इज़ द बॉन्ड बिटवीन आयन्स। आयन्स किहड़े? कटाइन ते अनाइन। दो कटाइन ते दो अनाइन दे विच नहीं हो पाऊगा क्योंकि दोनों का चार्ज सिमिलर आ जाऊगा। जे दो कटाइन है तो दोनों पॉजिटिव चार्ज है तो अट्रैक्ट नहीं करनगे, रिपैल करनगे। तो जां तुसीं होर डेफिनेशन की कह सकते हैगे हो, इट इज़ द बॉन्ड बिटवीन कटाइन एंड अनाइन। आ एंड दा सिंबल है जी। बॉन्ड बिटवीन कटाइन एंड अनाइन कि कटाइन ते अनाइन दे विच जिहड़ा बॉन्ड है। जे तुसीं बॉन्ड नूं ये भी लिख दोगे कि इट द फोर्स ऑफ अट्रैक्शन, बॉन्ड की डेफिनेशन द फोर्स ऑफ अट्रैक्शन बिटवीन कटाइन एंड अनाइन। बॉन्ड नहीं लिखना तो तुहानूं थोड़ा लंबा करना है कुछ भी वटएवर है ना, तो ये चीज़ आ गई। उस तो बाद आउंदी हैगी है जिहड़ी मेन डेफिनेशन है जिहड़ी तुसीं लिखनी होगी पेपर दे विच। आ तां सिंपली याद करन लई है कि लेमैन किसी नूं तुसीं समझाउणा होवे, ठीक है। तो इट इज़ द ऑफिशियल डेफिनेशन यही है, द बॉन्ड फॉर्म्ड बाय कंप्लीट ट्रांसफर ऑफ इलेक्ट्रॉन from one atom to another so as to acquire noble gas electronic configuration। ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਐਟਮਸ ਕੰਬਾਈਨ ਹੀ ਇਸ ਲਈ ਹੁੰਦੇ ਆ ਵੀ ਉਹ ਨੋਬਲ ਗੈਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਰ ਲੈਣ, ਠੀਕ ਹੈ। ਆਪਾਂ ਇਹੀ ਕਿਹਾ ਸੀ ਕਿ ਨੋਬਲ ਗੈਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਨੂੰ ਕਿਵੇਂ ਲੈਂਦੇ ਆ, ਇਲੈਕਟ੍ਰੋਨ ਲੂਜ਼ ਕਰਕੇ, ਸ਼ੇਅਰ ਕਰਕੇ ਜਾਂ ਗੇਨ ਕਰਕੇ। ਹੁਣ ਜਿਹੜਾ ਲੂਜ਼ਿੰਗ ਤੇ ਗੇਨਿੰਗ ਦਾ ਕੰਸੈਪਟ ਉਹ ਆਇਨਿਕ ਬੌਂਡ 'ਚ ਆ ਗਿਆ, ਠੀਕ ਹੈ। कि वो कहते भी बॉन्ड जिहड़ा बनदा वो कंप्लीट ट्रांसफर नाल बनदा, मतलब पूरी तरह जिहड़ा इलैक्ट्रॉन आ वो एक एटम तो दूजे एटम 'च चला जांदा। फिर पहले एटम दा दूजे उस इलैक्ट्रॉन ते कोई हक नहीं रहिंदा, ठीक है। जे तुसीं जिवें मान लो कोई चीज़ है तुसीं किसी नूं देती, प्रॉपरली देती भी हुण मैं लैना ही नहीं वापस, तो तुहाडा उस चीज़ ते कोई हक नहीं रह गया। उवें ही कि जे मान लो कि तुहाडा कंप्लीट ट्रांसफर हैगा एटम का कि उन्हें इलैक्ट्रॉन कंप्लीटली दूसरे एटम ते ट्रांसफर करता तो पहले एटम का उस इलैक्ट्रॉन ते कोई हक नहीं रहिंदा, वो दूजे एटम का ही हो जाता। तो वो जिहड़ा एटम बनता है वो अगे आपां देखदे हैगे आ। फिर दोनों विच जिहड़ा बॉन्ड बनता कंप्लीट ट्रांसफर तो बाद उस बॉन्ड नूं आपां की कहने आयनिक बॉन्ड। तो दोनों एटम जिहड़ा लूज कर रहा ਉਹਦੀ भी बाद ਵਿੱਚ बैलेंस शैल ਜਿਹੜਾ ਹੈਗਾ कंप्लीट हो जाता, नोबल गैस इलैक्ट्रॉनिक कॉन्फिगरेशन आ जाती है, तो ਜਿਹੜਾ गेन करता ਉਹਦੀ भी आ जाती है, ठीक है। ताइयों इलैक्ट्रॉन का एक्सचेंज करते हैगे आ। तो ये देखो जिवें एग्जाम्पल आप सब तो ईजी एग्जाम्पल NaCl जिन्हां नाल तुहानूं वधिया समझ आउंदा। सोडियम है, सोडियम की इलैक्ट्रॉनिक कॉन्फिगरेशन 1s2 2s2 2p6 3s1। इहदा लुईस डॉट स्ट्रक्चर आ गया अपने कोले, Na दे उपर आपां इलैक्ट्रॉन लिखता एक, ठीक है। ये आ गया अपने कोले। उस तो बाद आ गया अपने कोले Cl। Cl दे विच अपने कोले इलैक्ट्रॉनिक कॉन्फिगरेशन आ है, तो ये आ वैलेंस शैल है। आ दोनों 3s2 ते 3p5 वैलेंस शैल है, 7 इलैक्ट्रॉन है वैलेंस शैल दे विच, तो 7 डॉट लगे हुए हैं, ठीक है। हुण इहदे कोले 7 इलैक्ट्रॉन ने, तो ये 7 दे विच की करूगा, एक इलैक्ट्रॉन होर गेन कर लिया, 8 पूरे हो जाणगे। ये जे एक इलैक्ट्रॉन लूज कर दे तो ये भी पिछे किन्ने रह जाणगे, 8 इलैक्ट्रॉन। तो सोडियम आ इलैक्ट्रॉन कंप्लीटली इनू दे दूगा, फिर सोडियम का उहदे ते कोई हक नहीं रहिंदा। तो Na पॉजिटिव बन गया बाय लूजिंग इलैक्ट्रॉन, ठीक है। बाय लूजिंग इलैक्ट्रॉन इन्हें लूज करके नोबल गैस इलैक्ट्रॉनिक कॉन्फिगरेशन अटेन कर ली 2s2 2p6। इन्हें गेन करके कर ली, इन्हें गेन कर लिया, गेन ऑफ इलैक्ट्रॉन आ गया। जो गेन ऑफ इलैक्ट्रॉन आ गया तो यदि इलैक्ट्रॉनिक कॉन्फिगरेशन 3s2 3p6 आ गई। तो यही डेफिनेशन च पढ़े आप कि बॉन्ड फॉर्म्ड बाय कंप्लीट ट्रांसफर ऑफ इलैक्ट्रॉन सो एज टू अटेन नोबल गैस इलैक्ट्रॉनिक कॉन्फिगरेशन। तो दोनों एटम्स की नोबल गैस इलैक्ट्रॉनिक कॉन्फिगरेशन आ गई। इहदा गेन ऑफ इलैक्ट्रॉन हो गया, इनका लॉस ऑफ इलैक्ट्रॉन हो गया। इन्हें लूज किया तो इत्ते पॉजिटिव चार्ज आ गया, इन्हें गेन किया तो नैगेटिव चार्ज आ गया। हुण ये पॉजिटिव नैगेटिव दो चार्ज बन गए, इन्हां च की होगी फोर्स ऑफ अट्रैक्शन। इसे फोर्स ऑफ अट्रैक्शन नूं आपां की कहने आ आयनिक बॉन्ड, ठीक है। दिस इज़ द आयनिक बॉन्ड। ओके, नाउ छोटियां छोटियां टर्म्स ने। इलैक्ट्रोवैलेंस हो गया, इलैक्ट्रोवैलेंसी आ गई कि नंबर ऑफ इलैक्ट्रॉन्स इनवॉल्वड इन द फॉर्मेशन ऑफ आयनिक बॉन्ड। कि इलैक्ट्रोवैलेंसी की है कि किन्ने इलैक्ट्रॉन इनवॉल्व होए आयनिक बॉन्ड विच। एक होर गल
कि ਜਿਹੜੇ ਨੰਬਰ ਆਫ ਐਟਮਸ ਜੇ ਕੋਈ ਐਟਮ ਜਿੰਨੇ ਲੂਜ਼ ਕਰ ਰਿਹਾ ਉਨੇ ਹੀ ਦੂਜਾ ਐਟਮ ਗੇਨ ਕਰੂਗਾ। ਜੇ ਪਹਿਲਾ ਐਟਮ 1 ਇਲੈਕਟ੍ਰੋਨ ਲੂਜ਼ ਕਰ ਰਿਹਾ ਤਾਂ ਦੂਜਾ ਜਿਹੜਾ ਬੌਂਡ ਬਣਾ ਰਿਹਾ ਉਹਦੇ ਨਾਲ ਤਾਂ ਉਹ ਕੀ ਹੈ 2 ਇਲੈਕਟ੍ਰੋਨ ਲਊਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਨੰਬਰ ਆਫ ਇਲੈਕਟ੍ਰੋਨ ਜਿਹੜੇ ਹੈਗੇ ਆ ਕਿੰਨੇ ਲੂਜ਼ ਹੋ ਰਹੇ ਆ ਜਾਂ ਕਿੰਨੇ ਗੇਨ ਹੋ ਰਹੇ ਆ ਉਹਨੂੰ ਆਪਾਂ ਇਲੈਕਟ੍ਰੋਵੈਲੈਂਸੀ ਕਹਿੰਦੇ ਆ ਜਾਂ ਇਲੈਕਟ੍ਰੋਬੈਲੈਂਸ ਕਹਿੰਦੇ ਆ। ਇਹਦੇ ਉੱਪਰਲੇ ਵਿੱਚ ਕਿੰਨੇ ਇਲੈਕਟ੍ਰੋਨ ਇਨਵੋਲਵ ਹੋ ਰਹੇ ਸੀ 1, ਤਾਂ NaCl ਦੀ ਇਲੈਕਟ੍ਰੋਵੈਲੈਂਸੀ ਕਿੰਨੀ ਹੈ 1 ਹੈ। ਠੀਕ ਹੈ, ਬਾਕੀ ਹੋਰ ਐਗਜ਼ਾਮਪਲਸ ਬੁੱਕ ਦੇ ਵਿੱਚ ਹੈਗੀਆਂ, ਤੁਸੀਂ ਉੱਥੋਂ ਦੇਖ ਲੈਣੀਆਂ ਔਰ ਡਿਟੇਲਡ ਸਟੱਡੀ ਕਰਨੀ ਹੈ। ਠੀਕ ਹੈ, ਇੱਥੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਨਾਲ ਸਮਝਾਇਆ। ਇਲੈਕਟ੍ਰੋਪੋਜ਼ਿਟਿਵ ਉਹ ਐਟਮਸ ਹੁੰਦੇ ਆ ਜਿਹੜੇ ਜਲਦੀ ਇਲੈਕਟ੍ਰੋਨ ਲੂਜ਼ ਕਰ ਦਿੰਦੇ ਆ, ਜਿਵੇਂ ਮੈਟਲਸ ਹੋ ਗਏ। ਮੈਟਲ ਇਲੈਕਟ੍ਰੋਪੋਜ਼ਿਟਿਵ ਹੁੰਦੇ ਆ ਕਿਉਂਕਿ ਜਲਦੀ ਇਲੈਕਟ੍ਰੋਨ ਲੂਜ਼ ਕਰ ਦਿੰਦੇ ਆ, ਕਿਉਂਕਿ ਉਹਨਾਂ ਦੀ ਆਇਨਾਈਜੇਸ਼ਨ ਐਂਥੈਲਪੀ ਘੱਟ ਹੁੰਦੀ ਹੈ। ਦੀ ਆਇਨਾਈਜੇਸ਼ਨ ਐਂਥੈਲਪੀ ਕੀ ਹੁੰਦੀ ਹੈ ਘੱਟ ਹੁੰਦੀ ਹੈ, ਅਤੇ ਕਟਾਇਨਸ ਬਣਾਉਂਦੇ ਆ। ਇਲੈਕਟ੍ਰੋਨੈਗੇਟਿਵ ਆ ਗਏ ਆਪਣੇ ਕੋਲ ਉਹ ਐਟਮਸ ਜਿਹੜੇ ਕਿ ਇਲੈਕਟ੍ਰੋਨ ਗੇਨ ਜਲਦੀ ਕਰਦੇ ਆ, ਵਿਚ ਗੇਨ ਰੈਡਲੀ ਗੇਨ ਇਲੈਕਟ੍ਰੋਨਸ। ਜਿਹੜੇ ਇਲੈਕਟ੍ਰੋਨਸ ਗੇਨ ਜਲਦੀ ਕਰਦੇ ਆ ਉਹਨਾਂ ਦੀ ਇਲੈਕਟ੍ਰੋਨ ਗੇਨ ਐਂਥੈਲਪੀ ਜਿਹੜੀ ਆ ਉਹ ਹਾਈ ਹੋਊਗੀ। ਠੀਕ ਹੈ, ਅਤੇ ਇਹ ਐਨਾਇਨਸ ਬਣਾਉਣਗੇ। ਉੱਪਰਲੀ ਐਗਜ਼ਾਮਪਲ ਜਿਵੇਂ Na+Cl- ਸੀ। Na ਸੋਡੀਅਮ ਮੈਟਲ ਹੈ ਅਤੇ ਕਲੋਰੀਨ ਨੋਨ ਮੈਟਲ ਹੈ, ਕਿਉਂਕਿ ਜਿਹੜਾ ਆਪਣਾ ਆਇਨਿਕ ਬੌਂਡ ਹੈ ਨਾ, ਆਇਨਿਕ ਬੌਂਡ ਬਣਦਾ ਮੈਟਲ ਅਤੇ ਨੋਨ ਮੈਟਲ ਵਿਚਕਾਰ ਹੈ, ਕਿਉਂਕਿ ਮੈਟਲਸ ਇਲੈਕਟ੍ਰੋਨ ਜਲਦੀ ਲੂਜ਼ ਕਰਦੇ ਆ ਅਤੇ ਨੋਨ ਮੈਟਲ ਜਲਦੀ ਗੇਨ ਕਰਦੇ ਆ। ਠੀਕ ਹੈ, ਤਾਂ ਇਲੈਕਟ੍ਰੋਪੋਜ਼ਿਟਿਵ ਆ ਗਿਆ, ਇਹ ਇਲੈਕਟ੍ਰੋਨੈਗੇਟਿਵ ਆ ਗਿਆ। ਕਲੀਅਰ ਬੱਚੇ? ਤਾਂ ਇਹ ਆ ਗਏ ਹੁਣ ਆਪਣੇ ਕੋਲ ਤਿੰਨੋਂ ਡੈਫੀਨੇਸ਼ਨਸ। ਉਸ ਤੋਂ ਬਾਅਦ ਆ ਗਏ ਫੈਕਟਰਸ ਅਫੈਕਟਿੰਗ ਆਇਨਿਕ ਬੌਂਡ, ਜਾਂ ਇਹ ਕਹਿ ਲਓ ਵੀ ਆਪਾਂ ਉਹ ਫੈਕਟਰ ਡਿਸਕਸ ਕਰਨੇ ਆ ਕਿ ਜਿਨ੍ਹਾਂ ਨਾਲ ਜਲਦੀ ਇਲੈਕਟ੍ਰੋਨ ਜਿਹੜਾ ਹੈਗਾ ਆਪਣੇ ਕੋਲ ਆਇਨਿਕ ਬੌਂਡ ਆ ਉਹ ਬਣ ਜੇ। ਜਿਵੇਂ ਪਹਿਲਾਂ ਆ ਗਿਆ ਲੋ ਆਇਨਾਈਜੇਸ਼ਨ ਐਂਥੈਲਪੀ। ਲੋ ਆਇਨਾਈਜੇਸ਼ਨ ਐਂਥੈਲਪੀ ਕਿ ਜਿੰਨੀ ਆਇਨਾਈਜੇਸ਼ਨ ਐਂਥੈਲਪੀ ਘੱਟ ਹੋਊਗੀ ਉਨੀ ਆਇਨਿਕ ਬੌਂਡ ਨੂੰ ਬਣਾਉਣ ਦੀ ਟੈਂਡੈਂਸੀ ਐਟਮ ਦੀ ਜ਼ਿਆਦਾ ਹੋਊਗੀ। ਕਿਉਂ ਜ਼ਿਆਦਾ ਹੋਊਗੀ? ਕਿਉਂਕਿ ਜੇ ਆਪਾਂ ਆਇਨਾਈਜੇਸ਼ਨ ਐਂਥੈਲਪੀ ਕੀ ਹੁੰਦੀ ਹੈ ਕਿ ਉਹ ਐਨਰਜੀ ਜਿਹੜੀ ਕਟਾਇਨ ਬਣਾਉਣ ਵਾਸਤੇ ਵਰਤੀ ਜਾਂਦੀ ਆ, ਅਤੇ ਜੇ ਕਟਾਇਨ ਹੀ ਨਹੀਂ ਬਣੂਗਾ ਤਾਂ ਫਿਰ ਆਪਣੇ ਕੋਲ ਜੇ ਆਇਨਾਈਜੇਸ਼ਨ ਐਂਥੈਲਪੀ ਬਹੁਤ ਜ਼ਿਆਦਾ ਤਾਂ ਦੈਟ ਮੀਨਸ ਕਟਾਇਨ ਜਲਦੀ ਨਹੀਂ ਬਣੂਗਾ, ਅਤੇ ਜੇ ਕਟਾਇਨ ਹੀ ਨਹੀਂ ਬਣੂਗਾ ਤਾਂ ਆਪਣੇ ਕੋਲ ਆਇਨਿਕ ਬੌਂਡ ਨਹੀਂ ਬਣੂਗਾ। ਦੈਟ ਮੀਨਸ ਜਿੰਨੀ ਆਇਨਾਈਜੇਸ਼ਨ ਐਂਥੈਲਪੀ ਘੱਟ ਹੋਊਗੀ ਓਨਾ ਕਟਾਇਨ ਜਲਦੀ ਬਣੂਗਾ, ਅਤੇ ਓਨਾ ਜੇ ਕਟਾਇਨ ਜਲਦੀ ਬਣੂਗਾ ਤਾਂ ਆਪਣਾ ਆਇਨਿਕ ਬੌਂਡ ਵੀ ਜਲਦੀ ਬਣੂਗਾ। ਠੀਕ ਹੈ, ਦੈਨ ਉਸ ਤੋਂ ਬਾਅਦ ਸੈਕਿੰਡ ਕੇਸ ਹੈ ਹਾਈ ਇਲੈਕਟ੍ਰੋਨ ਗੇਨ ਐਂਥੈਲਪੀ। ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਇਲੈਕਟ੍ਰੋਨ ਐਟਮ ਨੇ ਲੂਜ਼ ਕੀਤਾ ਹੈ ਤਾਂ ਇਲੈਕਟ੍ਰੋਨ ਹਵਾ 'ਚ ਤਾਂ ਰਹੂਗਾ ਨਹੀਂ, ਉਹਨੂੰ ਜਲਦੀ ਜਲਦੀ ਦੂਸਰਾ ਐਟਮ ਗੇਨ ਕਰ ਲੇ। ਉਸ ਇਲੈਕਟ੍ਰੋਨ ਲਈ ਜਿਹੜੀ ਹੈਗੀ ਹੈ ਦੂਸਰੇ ਐਟਮ ਦੀ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ, ਅਤੇ ਜੇ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਊਗੀ ਤਾਂ ਇਲੈਕਟ੍ਰੋਨ ਗੇਨ ਐਂਥੈਲਪੀ ਵੀ ਕੀ ਹੋਊਗੀ ਹਾਈ ਹੋਊਗੀ। ਠੀਕ ਹੈ, ਜੇ ਹਾਈ ਇਲੈਕਟ੍ਰੋਨ ਗੇਨ ਐਂਥੈਲਪੀ ਹੈ ਤਾਂ ਆਇਨਿਕ ਬੌਂਡ ਜਲਦੀ ਬਣੂਗਾ। ਕਿਉਂ? ਕਿਉਂਕਿ ਫਿਰ ਇਹਦੇ ਵਿੱਚ ਜਿਹੜਾ ਹੈਗਾ ਮੋਰ ਈਜ਼ੀਲੀ ਅਨਾਇਨ ਵਿਲ ਬੀ ਫੋਰਮਡ। ਅਨਾਇਨ ਜਿਹੜਾ ਹੈਗਾ ਉਹ ਜਲਦੀ ਬਣੂਗਾ ਜੇ ਇਲੈਕਟ੍ਰੋਨ ਗੇਨ ਐਂਥੈਲਪੀ ਜ਼ਿਆਦਾ ਹੈ, ਕਿਉਂਕਿ ਇਲੈਕਟ੍ਰੋਨ ਗੇਨ ਐਂਥੈਲਪੀ ਉਹ ਐਨਰਜੀ ਸੀ ਜਿਹੜੀ ਰਿਲੀਜ਼ ਹੁੰਦੀ ਸੀ ਐਟਮ ਦੇ ਵਿੱਚ ਜਦੋਂ ਅਨਾਇਨ ਬਣਦਾ ਸੀ। ਠੀਕ ਹੈ, ਤਾਂ ਅਨਾਇਨ ਜਲਦੀ ਬਣੂਗਾ ਤਾਂ ਆਪਣੇ ਕੋਲ ਆਇਨਿਕ ਬੌਂਡ ਵੀ ਬਣੂਗਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਦੈਨ ਥਰਡ ਫੈਕਟਰ ਇਜ਼ ਹਾਈ ਲੈਟਿਸ ਐਂਥੈਲਪੀ। ਲੈਟਿਸ ਐਂਥੈਲਪੀ ਕੀ ਹੁੰਦੀ ਹੈ? ਹੁਣ ਦੇਖੋ ਕਿ ਜਦੋਂ ਆਪਣੇ ਕੋਲ ਆਇਨਸ ਹੈ, ਆਇਨਸ ਜਿਵੇਂ ਸੋਡੀਅਮ ਅਤੇ ਸੀਗਾ ਆਪਣੇ ਕੋਲ ਕਲੋਰੀਨ ਦਾ ਕਿ Na+ ਅਤੇ Cl- ਹੈ, ਇਹ ਦੋਨੋਂ ਆਇਨਸ ਆ ਜਿਹੜੇ ਫੋਰਸ ਆਫ ਅਟਰੈਕਸ਼ਨ ਹੈ। ਜਿਹੜਾ ਆਪਣੇ ਕੋਲ ਆਇਨਿਕ ਕੰਪਾਊਂਡ ਕੀ ਹੁੰਦੇ ਆ, ਸੱਚ ਦੱਸਣਾ ਭੁੱਲ ਗਈ ਮੈਂ ਤੁਹਾਨੂੰ। ਆਇਨਿਕ ਕੰਪਾਊਂਡ ਹੁੰਦੇ ਜਿਨ੍ਹਾਂ 'ਚ ਜਿਹੜੇ ਕੰਪਾਊਂਡਸ ਦੇ ਵਿੱਚ ਆਇਨਿਕ ਬੌਂਡ ਹੁੰਦਾ। ਠੀਕ ਹੈ, ਆਇਨਿਕ ਬੌਂਡ ਦੇ ਨਾਲ ਬਣਦੇ ਉਹਨਾਂ ਨੂੰ ਆਪਾਂ ਆਇਨਿਕ ਕੰਪਾਊਂਡ ਕਹਿੰਦੇ ਆ। Na+ ਅਤੇ Cl- ਹੈ, ਇਹਨਾਂ 'ਚ ਫੋਰਸ ਆਫ ਅਟਰੈਕਸ਼ਨ ਹੈ ਅਤੇ ਇਹ ਕੰਬਾਈਨ ਹੋਣਗੇ, ਅਤੇ NaCl ਇਕੱਲਾ ਮੋਲੀਕਿਊਲ ਨਹੀਂ ਐਗਜ਼ਿਸਟ ਕਰਦਾ। NaCl ਕਿਹੜੀ ਫਾਰਮ 'ਚ ਐਗਜ਼ਿਸਟ ਕਰਦਾ? ਇਸ ਫਾਰਮ 'ਚ ਕਿ Na+ ਬਹੁਤ ਸਾਰੇ NaCl ਇਕੱਠੇ ਹੋ ਕੇ ਜਿਹੜੇ ਹੈਗੇ ਐਗਜ਼ਿਸਟ ਕਰਦੇ ਆ ਇੱਕ ਜਮੈਟਰੀਕਲ ਪੈਟਰਨ ਦੇ ਵਿੱਚ। Na+, Cl-, Na+, Cl-, Cl ਇੱਦਾਂ। ਮਤਲਬ ਇਹ ਤਾਂ ਤੁਹਾਨੂੰ ਜਨਰਲ ਦੱਸਿਆ, ਵੈਸੇ ਇਹਦਾ ਇਹ ਅਰੇਂਜਮੈਂਟ ਹੁੰਦਾ ਨਹੀਂ ਆ, ਇਹ ਤਾਂ ਸੇਕ ਆਫ ਕਨਵੀਨੀਅੰਸ ਬਣਾਇਆ। ਇਹ ਤੁਸੀਂ +2 ਸੋਲਿਡ ਸਟੇਟ ਦੇ ਵਿੱਚ ਪੜ੍ਹੋਗੇ ਕਿ ਇਹਨਾਂ ਦੀਆਂ ਸਟਰਕਚਰਸ ਕਿਵੇਂ ਦੀਆਂ ਹੁੰਦੀਆਂ। ਠੀਕ ਹੈ, ਅਤੇ ਇਹ ਆ ਗਿਆ ਆਪਣੇ ਕੋਲ, ਇਹਨੂੰ ਕਹਿੰਦੇ ਆਪਾਂ ਲੈਟਿਸ। ਕਿ ਜਿਹੜੇ ਆਇਨਸ ਹੈ
ਜਦੋਂ ਉਹ ਆਪਣੇ ਕੋਲ ਆਇਨਿਕ ਕੰਪਾਊਂਡ ਬਣਦਾ ਤਾਂ ਆਇਨਿਕ ਕੰਪਾਊਂਡ ਦੇ ਬਹੁਤ ਸਾਰੇ ਆਇਨਸ ਆਪਦੇ ਆਪ ਨੂੰ ਕਿਸੇ ਇੱਕ ਪੈਟਰਨ ਦੇ ਵਿੱਚ ਅਰੇਂਜ ਕਰ ਲੈਂਦੇ ਆ। ਇਹ ਐਗਜ਼ਿਸਟ ਹੀ ਇਸ ਤਰ੍ਹਾਂ ਕਰਦੇ ਆ। ਇੱਕ NaCl ਜਿਹੜਾ ਹੈਗਾ ਉਹ ਐਗਜ਼ਿਸਟ ਨਹੀਂ ਕਰਦਾ, ਇੱਕ ਮੋਲੀਕਿਊਲ ਨਹੀਂ ਮਿਲੂਗਾ ਤੁਹਾਨੂੰ, ਇਸ ਤਰ੍ਹਾਂ ਨੰਬਰ ਆਫ ਮੋਲੀਕਿਊਲਸ ਇੱਕ ਜਿਓਮੈਟਰੀਕਲ ਪੈਟਰਨ ਦੇ ਵਿੱਚ ਅਰੇਂਜਡ ਮਿਲਣਗੇ 3 ਡਾਇਮੈਂਸ਼ਨਲ ਦੇ ਵਿੱਚ। ਠੀਕ ਹੈ, ਤਾਂ ਇਹ ਆਪਣੇ ਕੋਲ ਇਸ ਚੀਜ਼ ਨੂੰ ਆਪਾਂ ਕਹਿੰਦੇ ਲੈਟਿਸ, ਅਰੇਂਜਮੈਂਟ ਆਫ ਆਇਨਸ ਇਨ ਦਾ ਜਿਓਮੈਟਰੀਕਲ ਪੈਟਰਨ ਇਨ ਦਾ ਸੋਲਿਡ ਸਟੇਟ। ਇਹ ਸੋਲਿਡ ਸਟੇਟ 'ਚ ਹੀ ਹੁੰਦੇ ਆ, ਲਿਕੁਇਡ ਜਾਂ ਉਹਦੇ ਵਿੱਚ ਨਹੀਂ ਹੁੰਦੇਗੇ। ਠੀਕ ਹੈ, ਕਿਉਂਕਿ ਅਰੇਂਜਮੈਂਟ ਜਿਹੜਾ ਹੈਗਾ ਐਟਮਸ ਦਾ ਉਹ ਜਿਓਮੈਟਰੀਕਲ ਸੋਲਿਡ ਸਟੇਟ ਦੇ ਵਿੱਚ ਹੀ ਹੁੰਦਾ। ਤਾਂ ਇਹਨੂੰ ਆਪਾਂ ਲੈਟਿਸ ਕਹਿੰਦੇ। ਇਹ ਬਣਦਾ ਕਿਹਦੇ ਤੋਂ ਆ? ਦੇਖੋ ਆਇਨਸ ਤੋਂ, ਆਇਨਸ ਤੋਂ ਬਣਿਆ ਹੋਇਆ। ਇਹਨਾਂ ਸਾਰਿਆਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਹੈ, ਇਸ NaCl ਇਹਦੀ 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 ਸਾਰੀ, ਅਤੇ ਇੱਕ ਜਿਓਮੈਟਰੀਕਲ ਪੈਟਰਨ ਹੈ। ਇੱਕ Na ਤੋਂ ਬਾਅਦ ਦੂਸਰਾ Cl ਹੀ ਆ ਰਿਹਾ, ਇਹ ਨਹੀਂ ਹੈਗਾ ਵੀ 2-3 Cl ਆ ਗਏ ਫਿਰ 1-2 Na ਪੋਜ਼ੀਟਿਵ ਆ ਗਏ। ਅਨਜਿਓਮੈਟਰੀਕਲ ਪੈਟਰਨ ਨਹੀਂ ਹੈਗਾ, ਜਿਓਮੈਟਰੀਕਲ ਪੈਟਰਨ ਹੈ। ਠੀਕ ਹੈ, ਤਾਂ ਇਸ ਚੀਜ਼ ਨੂੰ ਆਪਾਂ ਲੈਟਿਸ ਕਹਿੰਦੇ ਹਾਂ। ਅਤੇ ਲੈਟਿਸ ਜੇ ਇਹਨੂੰ ਰਿਐਕਸ਼ਨ ਨਾਲ ਦੇਖਣਾ ਹੋਵੇ ਤਾਂ ਆਪਾਂ ਇੱਦਾਂ ਦੇਖ ਲਾਂਗੇ, Na ਪੋਜ਼ੀਟਿਵ Cl NaCl ਬਣ ਗਿਆ, ਇੱਥੇ ਆਇਨਸ ਨਹੀਂ ਹੋਣਗੇ। NaCl ਬਣ ਗਿਆ, ਇਹ ਸੋਲਿਡ ਸਟੇਟ 'ਚ ਹੈ। ਬਹੁਤ ਸਾਰੇ NaCl ਜਦੋਂ ਇਕੱਠੇ ਹੋ ਜਾਂਦੇ ਤਾਂ ਉਹ ਲੈਟਿਸ ਬਣਾ ਲੈਂਦੇ ਆ। ਠੀਕ ਹੈ, ਜਦੋਂ ਲੈਟਿਸ ਹੁਣ ਬਣ ਰਿਹਾ, ਦੇਖੋ ਤਾਂ ਆਪਾਂ ਕਿਹਾ ਸੀ ਵੀ ਬੌਂਡਸ ਬਣ ਰਹੇ ਇਹਨਾਂ ਵਿਚਕਾਰ ਹੈ ਨਾ, ਅਤੇ ਜਦੋਂ ਬੌਂਡ ਬਣਦਾ ਉਦੋਂ ਐਨਰਜੀ ਰਿਲੀਜ਼ ਹੁੰਦੀ ਹੈ। ਜਦੋਂ ਲੈਟਿਸ ਬਣਦਾ ਤਾਂ ਉਦੋਂ ਐਨਰਜੀ ਰਿਲੀਜ਼ ਹੁੰਦੀ ਆ। ਤਾਂ ਲੈਟਿਸ ਬਣ ਗਿਆ, ਐਨਰਜੀ ਰਿਲੀਜ਼ ਹੋਈ, ਪਲੱਸ ਦੇਖੋ ਲੈਟਿਸ ਪਲੱਸ ਐਨਰਜੀ, ਇਹ ਜਿਹੜੀ ਐਨਰਜੀ ਰਿਲੀਜ਼ ਹੁੰਦੀ ਹੈ ਇਹਨੂੰ ਲੈਟਿਸ ਐਨਰਜੀ ਕਹਿੰਦੇ ਹਾਂ ਆਪਾਂ। ਇਹਨੂੰ ਕੀ ਕਹਿੰਦੇ ਹਾਂ ਆਪਾਂ? ਲੈਟਿਸ ਐਨਰਜੀ ਕਹਿੰਦੇ ਹਾਂ। ਠੀਕ ਹੈ, ਅਤੇ ਜਦੋਂ ਬੌਂਡ ਬਣ ਗਿਆ, ਜੇ ਸਟਰੋਂਗ ਬੌਂਡ ਬਣ ਗਿਆ ਤਾਂ ਐਨਰਜੀ ਜ਼ਿਆਦਾ ਰਿਲੀਜ਼ ਹੋਊਗੀ। ਹੁਣ ਆਪਾਂ ਕੀ ਕਿਹਾ ਹੈਗਾ, ਹੁਣ ਦੇਖੋ ਆਇਨਿਕ ਬੌਂਡ ਦੀ ਫੋਰਮੇਸ਼ਨ ਕਰ ਰਹੇ ਸੀ ਆਪਾਂ ਕਿ ਲੈਟਿਸ ਬਣੂਗਾ, ਲੈਟਿਸ ਦੇ ਵਿੱਚ ਕਿਹੜਾ ਬੌਂਡ ਆ? ਆਇਨਿਕ ਬੌਂਡ ਹੈ। ਅਤੇ ਜੇ ਬੌਂਡ ਸਟਰੋਂਗ ਬਣੂਗਾ, ਜਿੰਨਾ ਉਹ ਸਟਰੋਂਗ ਬੌਂਡ ਬਣੂਗਾ ਨਾ ਲੈਟਿਸ ਦਾ, ਉਨੀ ਲੈਟਿਸ ਐਨਰਜੀ ਜ਼ਿਆਦਾ ਰਿਲੀਜ਼ ਹੋਊਗੀ। ਅਤੇ ਆਪਾਂ ਨੂੰ ਆਇਨਿਕ ਬੌਂਡ ਕੀ ਚਾਹੀਦਾ? ਸਟਰੋਂਗ ਹੀ ਚਾਹੀਦਾ। ਠੀਕ ਹੈ, ਤਾਂ ਕਰਕੇ ਲੈਟਿਸ ਐਨਰਜੀ ਜਿੰਨੀ ਹਾਈ ਹੈ ਦੈਟ ਮੀਨਸ ਉਨਾ ਬੌਂਡ ਕੀ ਹੈ? ਸਟਰੋਂਗ ਹੈ। ਤਾਂ ਹੀ ਇੱਥੇ ਜਿਹੜਾ ਆਪਣਾ ਫੈਕਟਰ ਹੈ ਥਰਡ, ਉਹ ਹਾਈ ਲੈਟਿਸ ਐਨਰਜੀ ਹੈ। ਠੀਕ ਹੈ, ਕਿ ਜਿੰਨੀ ਲੈਟਿਸ ਐਨਰਜੀ ਜ਼ਿਆਦਾ ਹੋਊਗੀ ਉਨਾ ਆਪਣੇ ਕੋਲੇ ਬੌਂਡ ਸਟਰੋਂਗ ਹੋਊਗਾ, ਆਇਨਿਕ ਬੌਂਡ। ਠੀਕ ਹੈ, ਹੁਣ ਜੇ ਤੁਸੀਂ ਇਹਨਾਂ ਦਾ ਓਵਰਆਲ ਇਫੈਕਟ ਦੇਖਣਾ ਹੈਗਾ, ਤਿੰਨੋਂ ਫੈਕਟਰਸ ਦਾ, ਆਇਨਾਈਜੇਸ਼ਨ ਐਂਥੈਲਪੀ ਦਾ, ਲੈਟਿਸ ਐਨਰਜੀ ਦਾ, ਇਲੈਕਟ੍ਰੋਨ ਗੇਨ ਐਂਥੈਲਪੀ ਦਾ, ਕਿਉਂਕਿ ਤਿੰਨੋਂ ਹੀ ਫੈਕਟਰ ਜਦੋਂ ਇੱਕ ਆਇਨਿਕ ਕੰਪਾਊਂਡ ਬਣਦਾ ਤਾਂ ਤਿੰਨੋਂ ਹੀ ਹੋਣਗੇ ਇਹਦੇ ਵਿੱਚ। ਆਪਾਂ NaCl ਵਾਲੀ ਐਗਜ਼ਾਮਪਲ ਹੀ ਲੈ ਲੈਂਦੇ ਹਾਂ। Na 'ਚੋਂ ਕਟਾਇਨ ਬਣਿਆ ਅਤੇ ਜਿਹੜੀ ਐਨਰਜੀ ਚਾਹੀਦੀ ਸੀ ਇਹ ਕੀ ਆ ਗਈ? ਆਇਨਾਈਜੇਸ਼ਨ ਐਂਥੈਲਪੀ। ਆਇਨਾਈਜੇਸ਼ਨ ਐਂਥੈਲਪੀ ਕਿਉਂਕਿ ਰਿਕੁਆਇਰਡ ਹੈ ਤਾਂ ਇਹ ਆਲਵੇਜ਼ ਕੀ ਹੋਊਗੀ? ਪੋਜ਼ੀਟਿਵ। ਇਹਦਾ ਮੈਗਨੀਟਿਊਡ ਹਮੇਸ਼ਾ ਪੋਜ਼ੀਟਿਵ ਆਊਗਾ। ਇਲੈਕਟ੍ਰੋਨ ਗੇਨ ਐਂਥੈਲਪੀ ਪੋਜ਼ੀਟਿਵ ਵੀ ਹੋ ਸਕਦੀ ਹੈ ਅਤੇ ਨੈਗੇਟਿਵ ਵੀ ਹੋ ਸਕਦੀ ਹੈ। ਇਹ ਵੀ 3rd ਚੈਪਟਰ 'ਚ ਆਪਾਂ ਪੜ੍ਹਿਆ। Na ਪੋਜ਼ੀਟਿਵ Cl ਬਣ ਗਏ, ਕਟਾਇਨ ਵੀ ਬਣ ਗਿਆ, ਅਨਾਇਨ ਵੀ ਬਣ ਗਿਆ, ਦੋਨਾਂ ਨੇ ਮਿਲ ਕੇ ਲੈਟਿਸ ਬਣਾ ਲਿਆ। ਇੱਥੇ ਜਿਹੜੀ ਐਨਰਜੀ ਰਿਲੀਜ਼ ਹੋਊਗੀ ਉਹ ਹੋਊਗੀ ਲੈਟਿਸ ਐਨਰਜੀ, ਕਿਉਂਕਿ ਇਹ ਰਿਲੀਜ਼ ਹੋਊਗੀ ਤਾਂ ਇਹ ਨੈਗੇਟਿਵ ਹੋਊਗੀ। ਠੀਕ ਹੈ, ਜਦੋਂ ਤੁਸੀਂ ਹੁਣ ਤਿੰਨਾਂ ਦਾ ਸਮ ਕਰੋਗੇ ਤਾਂ ਐਨਰਜੀ ਸ਼ੁੱਡ ਬੀ ਰਿਲੀਜ਼ਡ। ਤਿੰਨਾਂ ਦਾ ਸਮ ਕਰਕੇ ਐਨਰਜੀ ਰਿਲੀਜ਼ ਹੋਣੀ ਚਾਹੀਦੀ ਆ ਸੋ ਦੈਟ ਆਇਨਿਕ ਬੌਂਡ ਬਣ ਜੇ। ਠੀਕ ਹੈ, ਤਿੰਨਾਂ ਦਾ ਨੈਟ ਇਫੈਕਟ ਦੇਖੋਗੇ ਤਾਂ ਐਨਰਜੀ ਰਿਲੀਜ਼ ਹੋਣੀ ਚਾਹੀਦੀ ਹੈ। ਜਾਂ ਤੁਸੀਂ ਇਹ ਕਹਿ ਸਕਦੇ ਹੋ ਜਦੋਂ ਤੁਸੀਂ ਤਿੰਨਾਂ ਦਾ ਸਮ ਕਰੋ, ਆਇਨਾਈਜੇਸ਼ਨ ਐਂਥੈਲਪੀ ਦਾ, ਇਲੈਕਟ੍ਰੋਨ ਗੇਨ ਐਂਥੈਲਪੀ ਦਾ ਅਤੇ ਲੈਟਿਸ ਐਨਰਜੀ ਦਾ ਵਿਦ ਸਾਈਨ, ਪੋਜ਼ੀਟਿਵ ਨੈਗੇਟਿਵ ਉਹਨਾਂ ਦੇ ਜਿਹੜੇ ਵੀ ਸਾਈਨਸ ਹੋਣਗੇ ਵਿਦ ਸਾਈਨ ਲੈ ਕੇ, ਤਾਂ ਜਿਹੜਾ ਇਹਨਾਂ ਦਾ ਓਵਰਆਲ ਜਿਹੜਾ ਮੈਗਨੀਟਿਊਡ ਉਹ ਨੈਗੇਟਿਵ ਆਉਣਾ ਚਾਹੀਦਾ। ਰਿਲੀਜ਼ ਦਾ ਮਤਲਬ ਐਨਰਜੀ ਨੈਗੇਟਿਵ ਆਵੇ, ਆਨਸਰ ਨੈਗੇਟਿਵ ਆਵੇ। ਠੀਕ ਹੈ, ਤਾਂ ਆਇਨਿਕ ਬੌਂਡ ਕੀ ਆ? ਜ਼ਿਆਦਾ ਵਧੀਆ ਬਣਦਾ। ਠੀਕ ਹੈ, ਆਇਨਿਕ ਬੌਂਡ ਦੀ ਫੇਵਰੇਬਲ ਕੰਡੀਸ਼ਨਸ ਹੋ ਜਾਂਦੀਆਂ ਜੀ ਆਲ ਓਵਰ। ਕਿਉਂ? ਦੇਖੋ ਹੁਣ ਕਿਉਂ ਇਹ ਨੈਗੇਟਿਵ ਕਦੋਂ ਆਊਗਾ? ਜਦੋਂ ਪੋਜ਼ੀਟਿਵ ਦਾ ਮੈਗਨੀਟਿਊਡ ਘੱਟ ਹੋਊਗਾ, ਕਿਉਂਕਿ ਜੇ ਆਪਾਂ -8 + 4 ਆ ਤਾਂ ਇਹ -4 ਆ, ਕਿਉਂਕਿ ਵੱਡੇ ਅੱਗੇ ਜਿਹੜਾ ਸਾਈਨ ਹੁੰਦਾ ਆਨਸਰ 'ਚ ਉਹੀ ਆਉਂਦਾ। ਤਾਂ ਆਪਾਂ ਵੱਡੇ ਅੱਗੇ ਸਾਈਨ ਕੀ ਲਿਆਉਣਾ? ਜੇ ਆਨਸਰ ਆਪਣਾ ਨੈਗੇਟਿਵ ਆਉਣਾ ਤਾਂ ਨੈਗੇਟਿਵ, ਦੈਟ ਮੀਨਸ ਲੈਟਿਸ ਐਨਰਜੀ ਨੈਗੇਟਿਵ ਹੈ ਤਾਂ ਇਹ ਹਾਈ ਹੋਣੀ ਚਾਹੀਦੀ ਹੈ। ਜੇ ਇਲੈਕਟ੍ਰੋਨ ਗੇਨ ਐਂਥੈਲਪੀ ਜਨਰਲੀ ਨੈਗੇਟਿਵ ਹੀ ਹੁੰਦੀ ਹੈ ਤਾਂ ਇਹ ਵੀ ਹਾਈ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਵੀ ਹਾਈ ਹੋਣੀ ਚਾਹੀਦੀ ਹੈ ਅਤੇ ਇਹ ਕੀ ਹੋਣੀ ਚਾਹੀਦੀ ਹੈ? ਲੋ। ਉਹੀ ਫੈਕਟਰਸ ਆ ਕੇ ਜਿਹੜੇ ਆਪਾਂ ਡਿਸਕਸ ਕੀਤੇ ਆ।
ਇਹ ਵੀ लो सी, आ हाई सी, आ लो सी, सॉरी हाई सी। ठीक है, इनू बॉर्न हैबर साइकिल भी कहने आपां। हुण आ गया अगला टॉपिक अपने कोले लैटिस एंथैल्पी। लैटिस एंथैल्पी की है? उही लैटिस एनर्जी कि जो लैटिस बनता, देखो आपां की क्या सी, आयन्स बनते तो एनर्जी रिलीज़ होंदी, उहनूं लैटिस एनर्जी कहने हैं। इसदी डेफिनेशन देख लो, इट इज़ द अमाउंट ऑफ एनर्जी रिलीज्ड व्हेन 1 मोल ऑफ आयनिक लैटिस और क्रिस्टल, कुछ भी कह सकते हो, इज़ फॉर्मड फ्रॉम इट्स आयन्स इन द गैशियस स्टेट। आयन्स गैशियस स्टेट होणगे, लैटिस सॉलिड स्टेट बनता। ठीक है, तो कहते भी अमाउंट ऑफ एनर्जी है जी रिलीज़ होंदी है जो 1 मोल, ये अगे देखो NaCl के अगे 1 लिखे तो नंबर ऑफ मोल्स नहीं रिप्रजेंट करता, पर फस्ट चैप्टर च पढ़िया सी कि जो यदा 1 मोल बनता तो जी एनर्जी रिलीज़ होंदी है आयन्स तो, जो यदा 1 मोल बनता है जी एनर्जी रिलीज़ होंदी है, उस एनर्जी को आपां लैटिस एनर्जी कहने हैं। हुण लैटिस बन गया तो लैटिस नूं आपां तोड़ भी सकते हैं। जो लैटिस नूं तोड़ना है तो आपां नूं एनर्जी सप्लाई करनी पऊगी। लैटिस टुटूगा दे विच आपदे आयन्स दे विच, जिहदे तो मिल के वो बनिया, क्योंकि होर तो कोई चीज़ ही है नहीं। तो जदों तुसीं इह रिवर्स प्रोसैस करदे हो तो आ रिवर्स हो जूगी रिएक्शन। तो जिहड़ी एनर्जी लैटिस नूं तोड़न लई चाहीदी होगी, 1 मोल ऑफ लैटिस नूं तोड़न वास्ते जिहड़ी एनर्जी चाहीदी होगी वो भी लैटिस एनर्जी ही होगी। मीनस लैटिस एनर्जी दीयां 2 डेफिनेशनस ने कि जदों लैटिस बनदा जिहड़ी रिलीज़ होंदी है वो भी लैटिस एनर्जी है, तो जदों आपां लैटिस नूं तोड़ना तो उहनूं एनर्जी चाहीदी है वो भी लैटिस एनर्जी है। ठीक है, तो दोनों लैटिस एनर्जीज़ ने, तो जिहड़ियां दोनों डेफिनेशनस बुक दे विच हैगियां ने और मैं नोट्स दे विच भी दित्तियां ने। जिहड़ी डेफिनेशन तुहानूं याद हुंदी होई उही तुसीं करनी है। ठीक है, तो दोनों ही लैटिस एनर्जी है। जदों लैटिस बनदा तो रिलीज़ होंदी है, जदों लैटिस नूं तोड़ना उदों रिक्वायर्ड है। रिलीज़ ते रिक्वायर्ड दा फर्क है उन्हां विच। ठीक है, कि एनर्जी जदों रिक्वायर्ड होगी तो आयन्स दे विच टुट जाएगा, उन्होंने भी लैटिस एनर्जी ही कहांगे। उस तो बाद स्टेबिलिटी दे डायरैक्टली प्रपोर्शनल है लैटिस एनर्जी, क्योंकि जे तुसीं किसी चीज़ नूं तोड़ना है, हुण जे किसी कंध नूं तोड़दे हो तुसीं, है ना, तो कंध है मान लो कि जे उहनूं ज़्यादा एनर्जी लग रही है तोड़न ते, दैट मीनस वो स्टेबल ज़्यादा है। हुण इवें लैटिस है, लैटिस नूं अगर तोड़ना है, ज़्यादा एनर्जी लग रही है, थोड़ी लैटिस एनर्जी ज़्यादा अमाउंट च लग रही है, दैट मीनस वो लैटिस की है, स्टेबल है। ठीक है, उस तो बाद आगे फैक्टर्स अफैक्टिंग लैटिस एनर्जी। लैटिस एनर्जी नूं किहड़े-किहड़े फैक्टर्स अफैक्ट करते हैं? लैटिस किहदे तो मिल के बनदा? आयन्स तो फैक्टर्स भी किहदे ते डिपेंड करनगे? आयन्स ते डिपेंड करनगे। साइज़ ऑफ आयन, साइज़ ऑफ आयन दे यह इनवर्सली प्रपोर्शनल आ गई, क्योंकि देखो तुसीं इत्थे कटायन दा साइज़ है ए दे विच ते बी दे विच, है ना, ये साइज़ स्मॉल है, ये स्मॉल साइज़ जिहड़ा हैगा लार्जर है। जिन्ना लार्जर साइज़ होगा उन्ने आइटम्स जिहड़े आयन्स आ क्लोज नहीं आ पाएंगे। जे वो क्लोज नहीं आ पाएंगे दैट मीनस उन्होंने जिहड़ी एनर्जी आ वो घट रिलीज़ होगी। एनर्जी की है घट रिलीज़ हो, क्योंकि बॉन्ड वीक बनूगा। जो क्लोज ही नहीं आउणगे बॉन्ड ही नहीं वीक, बॉन्ड की होगा? वीक होगा। ठीक है, बॉन्ड स्ट्रोंग है तो एनर्जी ज़्यादा रिलीज़ होंदी है। तो बॉन्ड स्ट्रोंग किहड़े केस च हुंदा? जदों साइज़ स्मॉल है, क्योंकि वो क्लोज ज़्यादा आ पाते हैं। ठीक है, उस तो बाद आ गया चार्ज ऑन द आयन्स। चार्ज ऑन द आयन्स के नाल यह डायरैक्टली प्रपोर्शनल है लैटिस एनर्जी, कि जिन्ना चार्ज का मैगनीट्यूड ज़्यादा होगा, मोर द चार्ज मोर लैटिस एनर्जी। क्योंकि जे अपने को पॉजिटिव चार्ज ज़्यादा वधी जाता है दैट मीनस वो फोर्स ऑफ अट्रैक्शन नैगेटिव इलैक्ट्रॉन वास्ते ज़्यादा वधी जाती है। ठीक है, जो वो फोर्स ऑफ अट्रैक्शन ज़्यादा वधी जाती है दैट मीनस बॉन्ड स्ट्रोंग बनूगा। जो फोर्स ऑफ अट्रैक्शन ज़्यादा स्ट्रोंग है तो बॉन्ड भी स्ट्रोंग है तो एनर्जी ज़्यादा है। ठीक है, तो ये आ गया अपने को लैस अट्रैक्शन, लैस एनर्जी रिलीज्ड। ये पॉजिटिव चार्ज ज़्यादा है, जो पॉजिटिव चार्ज ज़्यादा तो दी अट्रैक्शन ज़्यादा तो बॉन्ड स्ट्रोंग है। ठीक है, सो दिस इज़ अबाउट द लैटिस एंथैल्पी। उस तो बाद आ गया अपने को जनरल प्रॉपर्टीज़ ऑफ आयनिक कंपाउंड। आयनिक कंपाउंड दियां जनरल प्रॉपर्टीज़ ने। फस्ट इज़ फिजिकल स्टेट। फिजिकल स्टेट मीनस ये जो सॉलिड गैस ਜਾਂ लिक्विड फॉर्म च किहड़ी च एग्जिस्ट करते ਆਪਾਂ ਨੂੰ दिखते किहड़ी फॉर्म च है, तो ये सॉलिड फॉर्म च दिखते ਆਪਾਂ ਨੂੰ। स्ट्रोंग सॉलिड्स होंगे है, क्योंकि ये आयनिक बॉन्ड है जोड़ा बहुत स्ट्रोंग होंदा है।
जे बॉन्ड स्ट्रोंग है मैल्टिंग बॉइलिंग पॉइंट हाई होणगे। सॉल्युबिलिटी लाइक डिजोल्व लाइक है। आयनिक कंपाउंड्स पोलर होंगे। पोलर मीनस देखो एक तो नैगेटिव चार्ज तो पॉजिटिव चार्ज वाले पोल्स आ गए है ना, नैगेटिव पॉजिटिव जो NaCl कीता सी तो पोल्स आ गए तो ये पोलर दे विच ही डिजोल्व होणगे। लाइक डिजोल्व मतलब कि जे सल्यूट पोलर है तो सॉल्वेंट भी पोलर होना चाहिए, जे सल्यूट नॉन पोलर है तो सॉल्वेंट भी नॉन पोलर होना चाहिए, फिर वधिया डिजोल्व होंगे। ठीक है तो आयनिक कंपाउंड्स पोलर होंगे तां करके पोलर सॉल्वेंट्स दे विच डिजोल्व कर जाते हैं। जिवें वाटर आ गया दैट मीनस वाटर दे विच सॉल्यूबल है। जिवें NaCl नमक हुंदा, नमक पानी च घुल जाता। इलैक्ट्रिकल कंडक्टिविटी सॉलिड स्टेट दे विच आयनिक कंपाउंड्स आ जिहड़े ओह अपने कोले बैड कंडक्टर्स ने। जिवें हुण सोडियम क्लोराइड पिया हुंदा अपने कोले घरे तो जे आपां उहनूं हत्थ लाउने करंट तो नहीं मारदा, इलैक्ट्रिसिटी तो नहीं कंडक्ट कर रहा वो। ठीक है वो इलैक्ट्रिसिटी दो स्टेट्स के विच कंडक्ट करता है। कोई भी आयनिक सॉलिड है मोल्टन स्टेट जां एक्वा स्टेट। ठीक है मोल्टन स्टेट के जब तुसीं उहनूं हीट करते हो तो आयनस फ्री हो जाते हैं। सॉलिड स्टेट च क्यों नहीं करते इलैक्ट्रिसिटी कंडक्ट, क्योंकि उत्थे उन्हां कोले फ्री आयनस है नहीं। जदों आयनस जां फ्री इलैक्ट्रॉन्स मूव करते हैं उदों ही इलैक्ट्रिसिटी कंडक्ट होंदी है, अदरवाइज नहीं होंदी। हुण कॉपर की वायर पई हुंदी है, मैटल की वायर, ਉਹਦੇ 'ਚ ਇਲੈਕਟ੍ਰਿਸਿਟੀ ਨਹੀਂ ਕੰਡਕਟ। ਜਦੋਂ ਤੁਸੀਂ ਉਹਨੂੰ ਇਲੈਕਟ੍ਰੀਕਲ ਅਪਲਾਇੰਸ ਦੇ ਨਾਲ ਜੋੜਦੇ ਹੋ ਫਿਰ ਉਹਦੇ ਇਲੈਕਟ੍ਰੋਨ ਫਲੋ ਕਰਨਾ ਸ਼ੁਰੂ ਕਰਦੇ ਆ, ਫਿਰ ਉਹ ਇਲੈਕਟ੍ਰਿਸਿਟੀ ਕੰਡਕਟ ਕਰਦੀ ਹੈ ਨਾ। ਤੇ ਇਵੇਂ ਆਪਣੇ ਕੋਲੇ ਇੱਕ ਹੈ ਕਿ ਜੇ ਆਇਨਸ ਇੱਦਾਂ ਸੋਲਿਡ ਸਟੇਟ ਦੇ ਵਿੱਚ ਆਪਣੇ ਕੋਲੇ ਆਇਨਸ ਸੈਪਰੇਟ ਹੁੰਦੇ ਹੀ ਨਹੀਂ ਆ। ਜੇ ਆਇਨਸ ਸੈਪਰੇਟ ਨਹੀਂ ਹੁੰਦੇ ਤਾਂ ਉਹ ਕੀ ਹੈ ਕੰਡਕਟਿਵਿਟੀ ਨਹੀਂ ਕਰਦੇ। ਤਾਂ ਹੀ ਜਦੋਂ ਆਪਾਂ ਉਹਨੂੰ ਮੈਲਟ ਕਰ ਦਿੰਦੇ ਆ ਤਾਂ ਉਹ ਬੌਂਡ ਬ੍ਰੇਕ ਹੋ ਜਾਂਦਾ, ਆਇਨਸ ਫਰੀ ਹੋ ਜਾਂਦੇ ਆ ਮੂਵ ਕਰਨ ਲਈ, ਤਾਂ ਇਲੈਕਟ੍ਰਿਸਿਟੀ ਕੰਡਕਟ ਕਰਦੇ ਆ। एक्वस मीनस आप जो वाटर च पाने तो वाटर की प्रॉपर्टी है, इनू डाईइलैक्ट्रिक कॉन्सटेंट कहने आ कि वाटर की प्रॉपर्टी है कि जो तुम किसी पोलर सॉल्वेंट दे विच पाओ सॉरी किसी चीज़ नू वाटर दे विच पाओ आयनिक चीज़ नू जिहदे च पोल्स हैगे आ तो वह आयनस टुट जाते हैं। जे तुसीं NaCl नू पाउने हो तो वह की करदा, उहदी प्रॉपर्टी की है कि उहदे विचों जिहड़ा हैगा उहदे आयनस टुट जाते हैं तो आयनस फ्री हो जाते हैं। ठीक है जो आयनस फ्री हो जाते हैं तो वह अपने को की है इलैक्ट्रिसिटी कंडक्ट करते हैं। ठीक है उस तो बाद आ गया अपने को नॉन डायरैक्शनल करैक्टर। नॉन डायरैक्शनल करैक्टर की होंदा अपने को कि जिवें अपने को कटाइन पिया, कटाइन ते पॉजिटिव चार्ज है, पॉजिटिव चार्ज ये चारे पासे होगा, एक जगह ते तो होगा नहीं। ਇਹਦੀ ਇਨਫਲੂਐਂਸ ਮੰਨ ਲਓ ਇੱਥੋਂ ਤੱਕ ਹੈ, ਆਹ ਏਰੀਆ ਇਹਦਾ ਇਨਫਲੂਐਂਸ ਦਾ ਮੀਨਸ ਇਹਦਾ ਇਫੈਕਟ ਇੱਥੋਂ ਤੱਕ ਆ ਪੋਜ਼ਿਟਿਵ ਚਾਰਜ ਦਾ। ਜਿਵੇਂ ਆਪਾਂ ਮੈਗਨੇਟ ਰੱਖ ਦਿੰਦੇ ਹਾਂ ਤਾਂ ਮੈਗਨੇਟ ਦੇ ਆਸੇ ਪਾਸੇ ਚਾਰੇ ਪਾਸੇ ਹੁੰਦਾ, ਉਵੇਂ ਇਹਦਾ ਏਰੀਆ ਇੰਨਾ ਮੰਨ ਲਓ ਵੀ ਜਿਹਦੇ 'ਚ ਇਹਦਾ ਪ੍ਰਭਾਵ ਹੈ। ਇਹਦੇ ਜਿਹੜਾ ਹੁਣ ਆਪਣੇ ਕੋਲ ਅਨਾਇਨ ਹੈ ਉਹ ਕਿਤੇ ਵੀ ਹੋ ਸਕਦਾ, ਅਨਾਇਨ ਇਹਦੇ ਵਿੱਚ ਆਸੇ ਪਾਸੇ ਕਿਤੇ ਵੀ ਹੋ ਸਕਦਾ, ਕੋਈ ਡਾਇਰੈਕਸ਼ਨ ਨਹੀਂ ਹੈਗੀ ਪ੍ਰੋਪਰ ਵੀ ਅਨਾਇਨ ਇੱਥੇ ਹੀ ਹੋਊਗਾ। ਜਿੱਥੇ ਜਿੱਥੇ ਦੇ ਪੋਜ਼ਿਟਿਵ ਚਾਰਜ ਦਾ ਇਨਫਲੂਐਂਸ ਆ ਉਹ ਕਿਤੇ ਵੀ ਅਟਰੈਕਟ ਹੋ ਸਕਦਾ ਉਹਦੇ ਨਾਲ, क्योंकि अट्रैक्शन ही होनी है तो सिंपल। तो ये सीगा हुण अपने कोले आयनिक कंपाउंड। उस तो बाद तुहाडे कोले हैगी है एक टॉपिक ऑक्टेट रूल दी लिमिटेशनस। ये तुसी बुक तो ही करनियां ने। ठीक है बुक दे विच बहुत वधिया दित्तियां होईयां ने। लिमिटेशनस की है कि कई कंपाउंड इदां दे आ कि जिन्हां दियां अपने कोले ऑक्टेट पूरा नहीं हुंदा बट स्टिल वो जिहड़े हैगे आ स्टेबल होंगे, क्योंकि आप स्टेबिलिटी गेन करने वास्ते ऑक्टेट पूरा होना जरूरी है। ठीक है कईयां दा ऑक्टेट पूरा है, कईयां दा नहीं पूरा, कईयां दा घट है, कईयां दे ऑक्टेट तो ज़्यादा इलैक्ट्रॉन है तो फिर भी वो स्टेबल ने। ठीक है तो वो जिहड़ियां हैगियां लिमिटेशनस आ वो ऑक्टेट रूल दियां